ਮੈਂ ਜਦੋਂ ਪੜ੍ਹਾਉਂਦੀ ਹੁੰਦੀ ਸੀਗੀ ਤਾਂ ਮੈਂ ਆਪਣੇ ਸਟੂਡੈਂਟਸ ਨੂੰ ਇੱਕ ਗੱਲ ਸਮਝਾਉਂਦੀ ਹੁੰਦੀ ਸੀ ਹਰ ਵਾਰੀ ਕਿ ਜ਼ਰਾ ਇਹ ਸੋਚ ਕੇ ਦੇਖਿਓ ਕਿ ਜੇਕਰ ਤੁਹਾਨੂੰ ਸ਼ਾਹਰੁਖ ਖਾਨ ਜਾਂ ਕੋਈ ਵੀ XYZ ਹੀਰੋ ਪਸੰਦ ਹੈ, ਜੇ ਉਹੀ ਹੀਰੋ ਹੋਵੇ, ਸ਼ਕਲ ਵੀ ਉਹੀ ਹੋਵੇ, ਸਭ ਕੁਝ ਉਹੀ, ਕੱਦ ਕਾਠੀ ਸਭ ਉਹੀ, ਆਵਾਜ਼ ਵੀ ਉਹੀ, ਪਰ ਉਹ ਚਲਾ ਰਿਕਸ਼ਾ ਰਿਹਾ, ਕਿਆ ਫਿਰ ਵੀ ਤੁਸੀਂ ਉਹਦੇ ਫੈਨ ਹੋਵੋਗੇ? ਤਾਂ ਮੈਜੋਰਿਟੀ ਆਨਸਰ ਹੁੰਦਾ ਸੀਗਾ ਨਹੀਂ। ਅਸੀਂ ਫੈਨ ਕਿਸ 'ਤੇ ਹੁੰਦੇ ਹਾਂ? ਅਸੀਂ ਫੈਨ ਹੁੰਦੇ ਹਾਂ ਅਗਲੇ ਬੰਦੇ ਦੀ ਅਚੀਵਮੈਂਟ 'ਤੇ। ਸਾਨੂੰ ਇਹ ਲੱਗਦਾ ਕਿ ਕਿਉਂਕਿ ਉਹ ਅਚੀਵ ਕਰ ਗਿਆ ਜੋ ਅਸੀਂ ਨਹੀਂ ਕਰ ਪਾਏ, ਤੇ ਇਸ ਕਰਕੇ ਅਸੀਂ ਉਹਦੇ ਫੈਨ ਹੋ ਜਾਂਦੇ ਹਾਂ। ਬੇਸਿਕਲੀ ਉਹ ਸਾਡੀ ਆਪਣੀ ਹੀ ਇੱਕ ਤਮੰਨਾ ਹੁੰਦੀ ਹੈ ਨਾ, ਉਹ ਅਸੀਂ ਉਸ 'ਤੇ ਫੈਨ ਹੁੰਦੇ ਹਾਂ। ਹੁਣ ਇਹ ਹੁੰਦਾ ਕਿਉਂ ਆ? ਕਿਉਂਕਿ ਅਸੀਂ ਗੁਰੂ ਨਾਨਕ ਦੀ ਬਾਣੀ ਨਾਲੋਂ ਟੁੱਟੇ ਹੋਏ ਲੋਕ ਹਾਂ। ਨਵਾਬੀ ਨੇ ਉਹਨਾਂ ਨੂੰ ਕੁਝ ਡਿਫਰੈਂਟ ਨਹੀਂ ਕਰ ਦਿੱਤਾ, ਉਹਨਾਂ ਨੂੰ ਕੁਝ ਅਲੱਗ ਨਹੀਂ ਕਰ ਦਿੱਤਾ, ਔਰ ਇਹ ਕਿਰਦਾਰ ਸਿਰਜਿਆ ਕਿੱਦਾਂ ਗਿਆ? ਕਿਉਂਕਿ ਇਸ ਕਿਰਦਾਰ ਦੀ ਨੀਂਹ ਦੇ ਵਿੱਚ ਹੁਕਮ ਮੰਨਣਾ ਪਿਆ ਹੋਇਆ ਸੀ। ਉਸ ਕਿਰਦਾਰ ਨੂੰ ਇਹ ਪਤਾ ਸੀ ਕਿ ਜੇ ਨਵਾਬੀ ਮਿਲ ਰਹੀ ਹੈ ਤਾਂ ਉਹ ਵੀ ਉਹਦੀ ਰਜ਼ਾ ਦੇ ਵਿੱਚ, ਜੇ ਅਸੀਂ ਘੋੜਿਆਂ ਦੀ ਕਾਠੀ 'ਤੇ ਸੌਂ ਰਹੇ ਹਾਂ ਤੇ ਉਹ ਵੀ ਉਹਦੀ ਰਜ਼ਾ ਦੇ ਵਿੱਚ। ਜਦੋਂ ਘੱਲੂਘਾਰਾ ਹੁੰਦਾ ਹੈ ਤੇ ਘੱਲੂਘਾਰੇ ਦੇ ਵਿੱਚ ਸਾਡੇ ਮੈਜੋਰਿਟੀ ਆਫ ਜਿਹੜੇ ਸਿੱਖ ਨੇ ਉਹ ਸ਼ਹੀਦ ਹੋ ਜਾਂਦੇ, ਕੁਛ ਕੁ ਬਚਦੇ ਨੇ। ਹੁਣ ਇਹ ਸੋਚੋ ਕਿ ਜਿਹੜੇ ਇਸ ਤਰੀਕੇ ਨਾਲ ਕੁਛ ਕੁ ਬਚੇ ਨੇ ਉਹ ਡਿਪਰੈਸ਼ਨ 'ਚ ਨਹੀਂ ਗਏ। ਉਹਨਾਂ ਨੇ ਨਹੀਂ ਸੋਚਿਆ ਕਿ ਹੁਣ ਤਾਂ ਜੀ ਇੰਨੇ ਕੀ ਰਹਿ ਗਿਆ ਜੀ, ਹੁਣ ਬਸ ਕਰੋ ਜੀ। ਜਿਵੇਂ ਅੱਜ ਕੱਲ੍ਹ ਮੈਜੋਰਿਟੀ ਆਫ ਜਿਹੜੇ ਪੀਪਲ ਆ ਉਹ ਇਹ ਗੱਲ ਬਾਰ-ਬਾਰ ਸਾਨੂੰ ਬੋਲਦੇ ਆ। ਜਦੋਂ ਤੁਸੀਂ ਇਹ ਸੋਚ ਲੈਂਦੇ ਆ ਕਿ ਮੈਂ ਜੋ ਕਰ ਰਿਹਾ ਉਹ ਮੈਂ ਨਹੀਂ ਕਰ ਰਿਹਾ, ਉਸ ਦੇ ਹੁਕਮ ਦੇ ਵਿੱਚ ਹੋ ਰਿਹਾ, ਫਿਰ ਤੁਸੀਂ ਕਿਸੇ ਤਰ੍ਹਾਂ ਦੀ ਵੀ ਲੜਾਈ ਲੜਨ ਨੂੰ ਤਿਆਰ ਹੁੰਦੇ ਆ। ਔਰ ਉਸ ਵੇਲੇ ਜਿਹੜਾ ਫਲਸਫਾ ਹੈ ਚੜ੍ਹਦੀ ਕਲਾ ਦਾ ਉਦੋਂ ਸਾਹਮਣੇ ਆਉਂਦਾ। ਸੋ ਗੁਰੂ ਪਾਤਸ਼ਾਹ ਦੇ ਜਿਹੜੇ ਮੱਲ ਅਖਾੜੇ ਸ਼ੁਰੂ ਕਰਨਾ ਸੀ ਉਹ ਕੋਈ ਰੈਂਡਮ ਡਿਸੀਜਨ ਨਹੀਂ ਸੀਗਾ, ਕਿ ਇਹ ਨਹੀਂ ਸੀਗਾ ਕਿ ਉਹਨਾਂ ਦਾ ਦਿਲ ਕੀਤਾ ਕਿ ਚਲੋ ਅੱਜ ਕੁਸ਼ਤੀ ਵੇਖੀਏ ਤਾਂ ਉਹਨਾਂ ਨੇ ਅਖਾੜੇ ਸ਼ੁਰੂ ਕਰ ਦਿੱਤੇ। ਨਹੀਂ, ਬਕਾਇਦਾ ਇਹ ਯੁੱਧ ਨੀਤੀ ਦਾ ਇੱਕ ਪਲਾਨ ਸੀ। ਗੁਰੂ ਪਾਤਸ਼ਾਹ ਨੇ ਇੱਕ ਯੁੱਧ ਨੀਤੀ ਦੇ ਤਹਿਤ ਜਿਹੜਾ ਹੈ ਪਾਠਸ਼ਾਲਾਵਾਂ ਔਰ ਮੱਲ ਅਖਾੜੇ ਖੜੇ ਕੀਤੇ, ਔਰ ਆਪਾਂ ਇਹਨਾਂ ਦੋਨਾਂ ਨੂੰ ਵਿਸਾਰ ਦਿੱਤਾ। ਔਰ ਫਿਰ ਅਸੀਂ ਗੱਲ ਕਰਦੇ ਹਾਂ ਆਪਣੇ ਰਾਜ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲ ਕਰ ਰਹੇ ਸੀਗੇ ਹੁਕਮ ਮੰਨਣ ਦੀ। ਆਪਾਂ ਇਹ ਗੱਲ ਕਰ ਰਹੇ ਸੀਗੇ ਕਿ ਗੁਰੂ ਅੰਗਦ ਦੇਵ ਮਹਾਰਾਜ ਦੀ ਜਿਹੜਾ ਲਾਈਫ ਦਾ ਸਾਨੂੰ ਇੱਕ ਨਿਯਮ ਜੋ ਸਿਖਾਉਂਦੀ ਹੈ, ਜੋ ਉਹਨਾਂ ਦੀ ਲਾਈਫ ਦੇ ਵਿੱਚੋਂ ਨਿਕਲ ਕੇ ਆਉਂਦਾ, ਔਰ ਜੋ ਗੁਰਬਾਣੀ ਦੇ ਆਧਾਰ ਦੇ ਉੱਤੇ, ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪੂਰੀ ਤਰ੍ਹਾਂ ਨਾਲ ਖਰਾ ਉਤਰਦਾ, ਉਹ ਹੈ ਹੁਕਮ ਮੰਨਣਾ। ਗੁਰੂ ਅੰਗਦ ਦੇਵ ਪਾਤਸ਼ਾਹ ਸਾਨੂੰ ਆਪਣੇ ਜੀਵਨ ਕਾਲ ਦੇ ਵਿੱਚ ਅਲੱਗ-ਅਲੱਗ ਘਟਨਾਵਾਂ ਦੇ ਜ਼ਰੀਏ ਸਾਨੂੰ ਦੱਸਦੇ ਨੇ ਕਿ ਹੁਕਮ ਕਿੱਦਾਂ ਮੰਨਿਆ ਜਾ ਸਕਦਾ ਔਰ ਕਿੰਨੇ ਬੇਸ ਲੈਵਲ ਤੱਕ ਮੰਨਿਆ ਜਾ ਸਕਦਾ। ਕਿ ਜਦੋਂ ਅਸੀਂ ਇੱਕ ਵਾਰੀ ਕਿਸੇ ਨੂੰ ਗੁਰੂ ਧਾਰ ਲਿਆ, ਉਸ ਤੋਂ ਬਾਅਦ ਫਿਰ ਕਿੰਤੂ ਪਰੰਤੂ ਕਿਤੇ ਨਹੀਂ ਰਹਿ ਜਾਂਦੀ। ਉਸ ਤੋਂ ਬਾਅਦ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ। ਹਾਂ, ਗੁਰੂ ਧਾਰਨ ਤੋਂ ਪਹਿਲਾਂ ਤੁਹਾਡੀ ਕੋਲ ਖੁੱਲ੍ਹ ਹੈ, ਜਿੰਨਾ ਮਰਜ਼ੀ ਤੁਸੀਂ ਕਿੰਤੂ ਪਰੰਤੂ ਕਰਕੇ ਸਮਝ ਸਕਦੇ ਹੋ, ਪਰ ਇੱਕ ਵਾਰੀ ਆਪਾਂ ਗੁਰੂ ਧਾਰ ਲਿਆ ਤਾਂ ਫਿਰ ਹੁਕਮ ਜੋ ਗੁਰੂ ਦਾ ਜੋ ਬਚਨ ਹੈ, ਜੋ ਗੁਰੂ ਦੀ ਬਾਣੀ ਹੈ, ਉਹ ਸਾਡੇ ਲਈ ਲਫ਼ਜ਼ ਬਾ ਲਫ਼ਜ਼ ਹੁਕਮ ਹੈ, ਔਰ ਉਹਨੂੰ ਐਜ਼ ਇਟ ਇਜ਼ ਹੀ ਮੰਨਾਂਗੇ। ਉਹਦੇ ਵਿੱਚ ਫਿਰ ਕਿੰਤੂ ਨਹੀਂ ਕੀਤੀ ਜਾ ਸਕਦੀ। ਜਿੱਥੇ ਉਦੋਂ ਕਿੰਤੂ ਹੋਊਗੀ ਉਹ ਫਿਰ ਸਾਡੇ ਲਈ ਉਹ ਬੇਈਮਾਨੀ ਦਾ ਇੱਕ ਸਬੂਤ ਹੋ ਜਾਊਗਾ। ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਨੀ ਹੈ ਮੱਲ ਅਖਾੜਿਆਂ ਦੀ ਔਰ ਪਹਿਲੇ ਸਿੱਖ ਵਿੱਦਿਅਕ ਅਦਾਰਿਆਂ ਦੀ ਜੋ ਗੁਰੂ ਅੰਗਦ ਦੇਵ ਪਾਤਸ਼ਾਹ ਸ਼ੁਰੂ ਕਰਦੇ ਨੇ। ਉਹ ਕੀ ਨੇ, ਉਹ ਕਿਵੇਂ ਸ਼ੁਰੂ ਕਰਦੇ ਨੇ, ਔਰ ਇਹ ਕਿਸ ਤਰੀਕੇ ਨਾਲ ਹੁਕਮ ਦੇ ਨਾਲ ਅਟੈਚਡ ਹੈ, ਇਹਨੂੰ ਆਪਾਂ ਅੱਜ ਸਮਝਾਂਗੇ। ਥੋੜ੍ਹਾ ਜਿਹਾ ਅੱਗੇ ਹੋਰ ਵਿਸਤਾਰ ਹੋਊਗਾ। ਹੁਣ ਪਿਛਲੇ ਐਪੀਸੋਡ ਵਿੱਚ ਆਪਾਂ ਜੋ ਗੱਲ ਕੀਤੀ ਸੀਗੀ ਹੁਕਮ ਮੰਨਣ ਦੀ, ਇਸ ਦੀ ਸਭ ਤੋਂ ਸਰਲ ਉਦਾਹਰਣ ਕੀ ਹੋ ਸਕਦੀ ਹੈ? ਆਪਾਂ ਜਰਾ ਆਪਣੇ ਆਪ ਨੂੰ ਸੋਚੀਏ ਜਾਂ ਪੁੱਛੀਏ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਹੁਕਮ ਮੰਨਣਾ, ਤਾਂ ਇਹਦੀ ਸਭ ਤੋਂ ਸਰਲ ਉਦਾਹਰਣ ਕੀ ਹੋ ਸਕਦੀ ਹੈ? ਸਭ ਤੋਂ ਬੇਸ ਲੈਵਲ ਦੇ ਉੱਤੇ ਉਦਾਹਰਣ ਕੀ ਹੋ ਸਕਦੀ ਹੈ? ਉਹ ਇਹ ਹੋ ਸਕਦੀ ਹੈ ਕਿ ਜਿਸ ਤਰੀਕੇ ਦੀ ਅਵਸਥਾ ਤੁਹਾਡੀ ਹੈ ਉਹਨੂੰ ਐਜ਼ ਇਟ ਇਜ਼ ਮੰਨ ਲਿਆ ਜਾਵੇ, ਉਸ ਨੂੰ ਸਮਝ ਲਿਆ ਜਾਵੇ ਕਿ ਮੇਰੇ ਗੁਰੂ ਦਾ ਹੁਕਮ ਇਹੀ ਹੈ। ਮੈਂ ਮਿਹਨਤ ਕਰਦੀ ਹਾਂ, ਮੈਨੂੰ ਫਲ ਮਿਲਦਾ ਹੈ ਜਾਂ ਨਹੀਂ ਮਿਲਦਾ, ਉਹ ਮੇਰੇ ਗੁਰੂ ਦੇ ਹੁਕਮ ਦੇ ਵਿੱਚ ਹੈ। ਮੇਰਾ ਕਰਮ ਹੈ ਹਲ ਵਾਹੁਣਾ। ਗੁਰੂ ਨਾਨਕ ਪਾਤਸ਼ਾਹ ਦਾ ਕਰਮ ਜਿਹੜਾ ਹੈ ਉਸ ਟਾਈਮ 'ਤੇ ਉਹ ਹਲ ਵਾਹ ਕੇ ਸਾਨੂੰ ਦਿਖਾ ਰਹੇ ਨੇ ਕਿ ਮੈਂ ਹਲ ਵਾਹਤਾ। ਮੋਦੀਖਾਨੇ ਦੇ ਵਿੱਚ ਉਹ ਆਪਣਾ ਕੰਮ ਕਰ ਰਹੇ ਨੇ। ਕਿਤੇ ਵੀ ਉਹ ਇਹ ਨਹੀਂ ਕਹਿੰਦੇ ਕਿ ਮੈਂ ਹੁਣ ਇਹਦੀ ਆਊਟਕਮ ਨੂੰ ਵੀ ਕੰਟਰੋਲ ਕਰੂੰਗਾ। ਕਿਤੇ ਵੀ ਇਹ ਨਹੀਂ ਕਹਿੰਦੇ ਕਿ ਮੈਂ ਹਲ ਵਾਹੁਣਾ ਸ਼ੁਰੂ ਕਰਤਾ ਅਤੇ ਇੱਥੇ ਜਿਹੜੀ ਮੈਂ ਫਸਲ ਬੀਜੀ ਆ ਉਹ ਇਹੋ ਜਿਹੀ ਹੀ ਹੋਊਗੀ। ਕਿਤੇ ਵੀ ਇਹ ਨਹੀਂ ਕਹਿੰਦੇ। ਉਹ ਆਪਣੇ ਕਰਮ ਦਾ ਜੋ ਸਾਡਾ ਨਿਯਮ ਹੈ ਉਹ ਗੁਰੂ ਨਾਨਕ ਪਾਤਸ਼ਾਹ ਪਹਿਲੇ ਜਾਮੇ ਵਿੱਚ ਹੀ ਦ੍ਰਿੜ ਕਰਾ ਦਿੰਦੇ ਨੇ। ਹੁਣ ਉਸ ਕਰਮ ਦੀ ਜੋ ਆਊਟਕਮ ਹੈ ਉਸ ਨੂੰ ਪਰਮਾਤਮਾ ਦਾ, ਉਸ ਨੂੰ ਅਕਾਲ ਪੁਰਖ ਦਾ ਹੁਕਮ ਮੰਨ ਕੇ
ਕਿਵੇਂ ਉਸ ਨੂੰ ਆਪਣੇ ਅੰਦਰ ਬਿਠਾਉਣਾ, ਉਹ ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਦ੍ਰਿੜ ਕਰਾਉਂਦੇ ਨੇ। ਮੈਂ ਫਿਰ ਉੱਥੇ ਹੀ ਆਉਂਦੀ ਹਾਂ। ਆਪਾਂ ਜ਼ਰਾ ਧਿਆਨ ਨਾਲ ਸੋਚੀਏ ਕਿ ਹੁਕਮ ਮੰਨਣ ਦਾ ਜਿਹੜਾ ਸਭ ਤੋਂ ਸਰਲ ਉਦਾਹਰਣ ਹੋਊਗਾ ਉਹ ਕੀ ਹੋਊਗਾ। 3 ਗੱਲਾਂ ਨੇ। ਪਹਿਲੀ ਗੱਲ, ਜਦੋਂ ਕੋਈ ਇਨਸਾਨ ਇਸ ਅਵਸਥਾ ਵਿੱਚ ਪਹੁੰਚ ਜਾਊਗਾ ਕਿ ਮੈਂ ਜੋ ਕੁਛ ਵੀ ਹੋ ਰਿਹਾ ਉਸ ਦੇ ਹੁਕਮ ਦੇ ਵਿੱਚ ਹੋ ਰਿਹਾ, ਜੋ ਕੁਛ ਵੀ ਹੋ ਰਿਹਾ ਉਸ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ ਨਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਜਦੋਂ ਅਸੀਂ ਇਹ ਮੰਨ ਲਵਾਂਗੇ ਫਿਰ ਸਾਨੂੰ ਮੌਤ ਜਾਂ ਜਨਮ ਦੋਵਾਂ ਦੀ ਕੋਈ ਸਾਨੂੰ ਕੋਈ ਬਹੁਤ ਜਿਹੜਾ ਇੱਕ ਅਗੇਨ ਮੈਂਟਲ ਹੈਲਥ ਜਾਂ ਇੱਕ ਡਿਪਰੈਸ਼ਨ ਵਾਲੀ ਸਥਿਤੀ ਵਿੱਚ ਆਪਾਂ ਚੱਲ ਜਾਂਦੇ ਹਾਂ, ਉੱਥੇ ਆਪਾਂ ਕਦੀ ਨਹੀਂ ਜਾਵਾਂਗੇ। ਸਾਨੂੰ ਹਾਰ ਅਤੇ ਜਿੱਤ ਦੋਨਾਂ ਲਈ ਤਿਆਰ ਹੋ ਜਾਵਾਂਗੇ ਆਪਾਂ, ਕਿਉਂਕਿ ਹਾਰ ਵੀ ਉਸੇ ਦੇ ਹੁਕਮ ਦੇ ਵਿੱਚ ਹੈ ਅਤੇ ਜਿੱਤ ਵੀ ਉਸੇ ਦੇ ਹੁਕਮ ਵਿੱਚ ਹੈ। ਮੇਰੇ ਹੱਥ 'ਚ ਕੀ ਸੀ? ਕਰਮ ਕਰਨਾ। ਦੋਨਾਂ ਹੀ ਸੂਰਤਾਂ ਵਿੱਚ ਅਸੀਂ ਇਹ ਗੱਲ ਯਕੀਨੀ, ਜਦੋਂ ਅਸੀਂ ਹਾਰ ਅਤੇ ਜਿੱਤ ਦੋਨਾਂ ਨੂੰ ਹੀ ਉਸ ਦਾ ਹੁਕਮ ਮੰਨਣਾ ਸ਼ੁਰੂ ਕਰ ਦਿਆਂਗੇ ਨਾ, ਫਿਰ ਅਸੀਂ ਅਗਲਾ ਸਟੈਪ ਜੋ ਹੈ ਉਹ ਇਹ ਹੈ ਕਿ ਦੋਨਾਂ ਹੀ ਸੂਰਤਾਂ ਦੇ ਵਿੱਚ ਹਾਰਿਆ ਹੋਇਆ ਬੰਦਾ ਜਾਂ ਜਿੱਤਿਆ ਹੋਇਆ ਬੰਦਾ ਦੋਨੋਂ ਸਾਡੇ ਵਾਸਤੇ ਸੇਮ ਹੋਣਗੇ। ਸਾਡੇ ਲਈ ਕੋਈ ਵੀ ਇੰਪੋਰਟੈਂਟ ਜਾਂ ਕੋਈ ਵੀ ਘੱਟ ਇੰਪੋਰਟੈਂਟ ਨਹੀਂ ਹੋਊਗਾ। ਯਾਨੀ ਕਿ ਇੱਕ ਇਕੁਅਲ ਸਮਾਜ ਜਿਹੜਾ ਉਹ ਸਿਰਜਿਆ ਜਾਊਗਾ। ਜੋ ਗਰੀਬ ਆ ਅਸੀਂ ਉਹਨੂੰ ਫੇਲੀਅਰ ਨਹੀਂ ਵੇਖਾਂਗੇ, ਜੋ ਅਮੀਰ ਆ ਉਸਨੂੰ ਅਸੀਂ ਅਚੀਵਰ ਨਹੀਂ ਵੇਖਾਂਗੇ। ਇਸ ਟਾਈਮ 'ਤੇ ਜਿਹੜੀ ਆਪਾਂ ਅੱਜ ਕੱਲ੍ਹ ਬਾਰ-ਬਾਰ ਗੱਲ ਕਰਦੇ ਹਾਂ ਕਿ ਜਿਹੜੇ ਨੇਤਾ ਲੋਕ ਨੇ ਉਹ ਸਾਡੇ ਕੋਲ ਜਦੋਂ ਫਾਈਨਲੀ ਆਉਂਦੇ ਆ ਤਾਂ ਫਿਰ ਸਾਡੀਆਂ ਵੋਟਾਂ ਖਰੀਦ ਜਾਂਦੇ। ਉਹ ਕਿਉਂ ਖਰੀਦ ਜਾਂਦੇ ਆ? ਕਿਉਂ ਉਹ ਸਾਡੇ ਨਾਲ ਇੰਨਾ ਬੁਰਾ ਬਿਹੇਵੀਅਰ ਕਰਨ ਤੋਂ ਬਾਅਦ ਵੀ ਆਪਾਂ ਉਹਨਾਂ ਦੇ ਆਫਿਸ ਦੇ ਵਿੱਚ ਜਾਈਏ, ਜਰਾ ਸੋਚ ਕੇ ਦੇਖਿਓ ਕਿ ਸਾਡੇ 'ਚੋਂ ਕਿੰਨੇ ਆਮ ਲੋਕ ਨੇ ਜਿਹੜੇ ਕਿਸੇ ਨੇਤਾ ਦੇ ਦਫ਼ਤਰ ਦੇ ਵਿੱਚ ਜਾਣ ਅਤੇ ਉਹਨਾਂ ਨੂੰ ਕੁਰਸੀ ਮਿਲੂਗੀ। ਕਿੰਨੇ ਆਮ ਲੋਕ ਨੇ? ਨੇਤਾ ਜੀ ਸਾਡੀ ਗੱਲ ਵੀ ਨਹੀਂ ਸੁਣਦੇ। ਪਰ ਅਸੀਂ ਕੀ ਕਰਦੇ ਹਾਂ ਕਿ ਜਦੋਂ ਨੇਤਾ ਜੀ ਸਾਡੇ ਘਰ ਆਉਂਦੇ, ਔਰ ਸਾਨੂੰ ਪਤਾ ਹੁੰਦਾ ਕਿ ਸਾਨੂੰ ਇਹਨਾਂ ਨੇ ਕੁੱਟਿਆ ਆ, ਮਾਰਿਆ ਆ, ਲੁੱਟਿਆ ਆ, ਸਭ ਕੀਤਾ ਆ, ਪਰ ਜਦੋਂ ਸਾਡੇ ਘਰ ਆਉਂਦੇ ਨਾ ਫਿਰ ਅਸੀਂ ਕਹਿੰਦੇ ਹਾਂ ਅਸੀਂ ਸਾਰੇ ਘਰ ਨੂੰ ਕੰਮ 'ਤੇ ਲਾ ਦਿੰਦੇ ਹਾਂ, ਤੂੰ ਪਕੌੜੇ ਬਣਾਓ ਬਈ, ਚਾਹ ਲਿਆਓ ਬਈ। ਉਹ ਕਿਉਂ ਆ? ਕਿਉਂ ਸਾਨੂੰ ਲੱਗਦਾ ਹੈ ਕਿ ਨੇਤਾ ਜੀ ਇਸ ਇੱਜ਼ਤ ਦੇ ਹੱਕਦਾਰ ਨੇ? ਕਿਉਂਕਿ ਸਾਨੂੰ ਲੱਗਦਾ ਕਿ ਉਹ ਇੱਕ ਵੱਡਾ ਬੰਦਾ ਆ, ਉਹ ਇੱਕ ਅਚੀਵਰ ਆ। ਸਾਨੂੰ ਉਹਦੇ ਉਸ ਨੇਤਾ ਦੇ ਨਾਲ ਕੋਈ ਪ੍ਰੋਬਲਮ ਨਹੀਂ। ਜਰਾ ਆਪਣੇ ਦਿਮਾਗ ਸੋਚ ਕੇ ਦੇਖਿਓ, ਜੇ ਆਪਣੇ ਆਪ ਨੂੰ ਘੋਖ ਕੇ ਦੇਖਿਓ ਕਿ ਕੋਈ ਵੀ, ਔਰ ਚਲੋ ਨੇਤਾ ਜੀ ਨੂੰ ਛੱਡ ਦਿਓ, ਕਿਸੇ ਫਿਲਮ ਇੰਡਸਟਰੀ ਦੇ ਕਿਸੇ ਬੰਦੇ ਜਾਂ ਫਿਲਮ ਦਾ ਕੋਈ ਹੀਰੋ ਜਾਂ ਸਿੰਗਰ, ਉਹਨਾਂ ਬਾਰੇ ਸੋਚ ਲਿਓ। ਜਰਾ ਸੋਚੋ ਕਿ ਜਦੋਂ ਅਗਰ ਕੋਈ ਸਿੰਗਰ ਤੁਹਾਡੇ ਘਰ ਆਵੇ ਤਾਂ ਤੁਸੀਂ ਉਹਨਾਂ ਨਾਲ ਕਿੱਦਾਂ ਦਾ ਟਰੀਟ ਕਰੋਗੇ। ਮੰਨ ਲਓ ਕਿ ਕੋਈ ਤੁਹਾਡਾ ਫੇਵਰੇਟ ਸਿੰਗਰ ਤੁਹਾਡੇ ਅੱਜ ਘਰ ਆ ਰਿਹਾ ਹੈ, ਔਰ ਔਨ ਦਾ ਕੰਟਰਰੀ ਕੋਈ ਜਿਹੜਾ ਤੁਹਾਡਾ ਰਿਕਸ਼ਾ, ਤੁਹਾਡੀ ਭੈਣ ਨੂੰ ਛੱਡਣ ਕੋਈ ਰਿਕਸ਼ੇ ਵਾਲਾ ਆਇਆ ਜਦੋਂ, ਜਾਂ ਤੁਹਾਡੀ ਮਾਂ ਨੂੰ ਜਾਂ ਤੁਹਾਡੇ ਭਰਾ ਨੂੰ, ਕਿਸੇ ਨੂੰ ਵੀ, ਕਿਉਂਕਿ ਆਪਾਂ ਰਿਕਸ਼ਾ ਤਾਂ ਲੈਂਦੇ ਹੀ ਆ ਨਾ, ਉਹ ਜਦੋਂ ਆਉਂਦਾ ਤਾਂ ਉਹ ਵਿਚਾਰਾ ਪਾਣੀ ਮੰਗਦਾ ਕਿ ਅੱਜ ਗਰਮੀ ਬਹੁਤਾ ਜੀ, ਪਾਣੀ ਦੇ ਦਿਓ, ਤਾਂ ਆਪਾਂ ਉਹਨੂੰ ਪਾਣੀ ਵੀ ਬਾਹਰ ਪਹੁੰਚਾ ਕੇ ਆਉਂਦੇ ਹਾਂ। ਸਿੰਗਰ ਨੇ ਸਾਡਾ ਐਸਾ ਕੀ ਕੀਤਾ ਅਤੇ ਉਸ ਰਿਕਸ਼ੇ ਵਾਲੇ ਨੇ ਸਾਡਾ ਐਸਾ ਕੀ ਨਹੀਂ ਕੀਤਾ ਕਿ ਰਿਕਸ਼ੇ ਵਾਲੇ ਨੂੰ ਤਾਂ ਆਪਾਂ ਬਾਹਰੋਂ ਮੋੜਤਾ, ਅਤੇ ਪਰ ਸਿੰਗਰ ਨੂੰ ਅਸੀਂ ਅੰਦਰ ਤੱਕ ਲੈ ਕੇ ਗਏ, ਬਕਾਇਦਾ ਉਹਦੀ ਆਰਤੀ ਨਹੀਂ ਉਤਾਰੀ, ਬਾਕੀ ਸਾਰਾ ਕੁਛ ਕਰ ਲਿਆ। ਐਸਾ ਕੀ ਹੋਇਆ? ਦੋਵਾਂ ਦੇ ਵਿੱਚ ਫ਼ਰਕ ਕੀ ਹੈ? ਮੈਂ ਜਦੋਂ ਪੜ੍ਹਾਉਂਦੀ ਹੁੰਦੀ ਸੀਗੀ ਤਾਂ ਮੈਂ ਆਪਣੇ ਸਟੂਡੈਂਟਸ ਨੂੰ ਇੱਕ ਗੱਲ ਸਮਝਾਉਂਦੀ ਹੁੰਦੀ ਸੀ ਹਰ ਵਾਰੀ ਕਿ ਜ਼ਰਾ ਇਹ ਸੋਚ ਕੇ ਦੇਖਿਓ ਕਿ ਜੇਕਰ ਤੁਹਾਨੂੰ ਸ਼ਾਹਰੁਖ ਖਾਨ ਜਾਂ ਕੋਈ ਵੀ XYZ ਹੀਰੋ ਪਸੰਦ ਹੈ, ਜੇ ਉਹੀ ਹੀਰੋ ਹੋਵੇ, ਸ਼ਕਲ ਵੀ ਉਹੀ ਹੋਵੇ, ਸਭ ਕੁਛ ਉਹੀ, ਕੱਦ ਕਾਠੀ ਸਭ ਉਹੀ, ਆਵਾਜ਼ ਵੀ ਉਹੀ, ਪਰ ਉਹ ਚਲਾ ਰਿਕਸ਼ਾ ਰਿਹਾ, ਕਿਆ ਫਿਰ ਵੀ ਤੁਸੀਂ ਉਹਦੇ ਫੈਨ ਹੋਵੋਗੇ? ਤਾਂ ਮੈਜੋਰਿਟੀ ਆਨਸਰ ਹੁੰਦਾ ਸੀਗਾ ਨਹੀਂ। ਅਸੀਂ ਫੈਨ ਕਿਸ 'ਤੇ ਹੁੰਦੇ ਹਾਂ? ਅਸੀਂ ਫੈਨ ਹੁੰਦੇ ਹਾਂ ਅਗਲੇ ਬੰਦੇ ਦੀ ਅਚੀਵਮੈਂਟ 'ਤੇ। ਸਾਨੂੰ ਇਹ ਲੱਗਦਾ ਕਿ ਕਿਉਂਕਿ ਉਹ ਅਚੀਵ ਕਰ ਗਿਆ ਜੋ ਅਸੀਂ ਨਹੀਂ ਕਰ ਪਾਏ, ਜਾਂ ਉਹ ਸਾਡੇ ਅੰਦਰ ਦੀ ਇੱਕ ਖੁਆਇਸ਼ ਸੀ ਜੋ ਉਹਨੂੰ ਮਿਲ ਗਈ ਪਰ ਸਾਨੂੰ ਨਹੀਂ ਮਿਲੀ, ਅਤੇ ਇਸ ਕਰਕੇ ਅਸੀਂ ਉਹਦੇ ਫੈਨ ਹੋ ਜਾਂਦੇ ਹਾਂ। ਬੇਸਿਕਲੀ ਉਹ ਸਾਡੀ ਆਪਣੀ ਹੀ ਇੱਕ ਜਿਹੜੀ ਤਮੰਨਾ ਹੁੰਦੀ ਹੈ ਨਾ, ਉਹ ਅਸੀਂ ਉਸ 'ਤੇ ਫੈਨ ਹੁੰਦੇ ਹਾਂ। ਹੁਣ ਇਹ ਹੁੰਦਾ ਕਿਉਂ ਆ? ਕਿਉਂਕਿ ਅਸੀਂ ਗੁਰੂ ਨਾਨਕ ਦੀ ਬਾਣੀ ਨਾਲੋਂ ਟੁੱਟੇ ਹੋਏ ਲੋਕ ਹਾਂ। ਜੇਕਰ ਅਸੀਂ ਗੁਰੂ ਨਾਨਕ ਦੀ ਬਾਣੀ ਦੇ ਨਾਲ ਜੁੜੇ ਹੋਏ ਲੋਕ ਹੁੰਦੇ ਨਾ, ਤਾਂ ਫਿਰ ਬਕਾਇਦਾ ਇੱਦਾਂ ਹੀ ਹੋਣਾ ਸੀ ਜਿੱਦਾਂ ਜਦੋਂ ਨਵਾਬੀ ਮਿਲਣੀ ਹੈ ਸਰਦਾਰਾਂ ਨੂੰ, ਤਾਂ ਉਹਨਾਂ ਨੂੰ ਨਵਾਬੀ ਮਿਲਣ ਵਾਸਤੇ ਆਉਂਦੀ ਕਿ ਨਵਾਬ ਤੁਸੀਂ ਲਓ ਜੀ ਔਰ ਸਾਡੇ ਨਾਲ ਸੁਲ੍ਹਾ ਕਰ ਲਿਓ, ਮੁਗਲ ਕਰਦੇ ਨੇ ਇੱਦਾਂ। ਤਾਂ ਉਹ ਉਸ ਟਾਈਮ ਦੇ ਉੱਤੇ ਇਹ ਨਹੀਂ ਦੇਖਦੇ ਕਿ ਸਾਡਾ ਸਭ ਤੋਂ ਅਮੀਰ ਬੰਦਾ ਕਿਹੜਾ ਹੈ, ਨਾ, ਉਹ ਕਹਿੰਦੇ ਜਿਹੜਾ ਪਹਿਲਾ ਬੰਦਾ ਦਿਖਦਾ ਉਹਨੂੰ ਦੇ ਦਿਓ, ਔਰ ਜਿਹੜੇ ਦਿਖਦੇ ਨੇ ਉਹ ਉਸ ਟਾਈਮ ਦੇ ਉੱਤੇ ਘੋੜਿਆਂ ਦੀ ਲਿੱਦ ਸਾਫ਼ ਕਰ ਰਹੇ ਨੇ। ਔਰ ਉਹ ਅੱਗੋਂ ਕੀ ਮੰਗਦੇ ਨੇ ਕਿ ਠੀਕ ਹੈ ਤੁਸੀਂ ਕਹਿ ਤਾ, ਸੰਗਤ ਦਾ ਫੈਸਲਾ, ਮੈਨੂੰ ਨਵਾਬੀ ਮੈਂ ਮਨਜ਼ੂਰ ਆ, ਪਰ ਮੈਂ ਘੋੜਿਆਂ ਦੀ ਲਿੱਦ ਸਾਫ਼ ਕਰਨ ਦੀ ਜਿਹੜੀ ਸੇਵਾ ਛੱਡੂੰਗਾ ਨਹੀਂ। ਹੁਣ ਇੱਥੇ ਮੇਰਾ ਕਹਿਣ ਦਾ ਮਤਲਬ ਕੀ ਹੈ ਕਿ ਨਵਾਬੀ ਨੇ ਉਹਨਾਂ ਨੂੰ ਕੁਛ ਡਿਫਰੈਂਟ ਨਹੀਂ ਕਰ ਦਿੱਤਾ,
ਉਹਨਾਂ ਨੂੰ ਕੁਝ ਅਲੱਗ ਨਹੀਂ ਕਰ ਦਿੱਤਾ। ਔਰ ਇਹ ਕਿਰਦਾਰ ਸਿਰਜਿਆ ਕਿੱਦਾਂ ਗਿਆ? ਕਿਉਂਕਿ ਇਸ ਕਿਰਦਾਰ ਦੀ ਨੀਂਹ ਦੇ ਵਿੱਚ ਹੁਕਮ ਮੰਨਣਾ ਪਿਆ ਹੋਇਆ ਸੀ। ਇਸ ਕਿਰਦਾਰ ਦੀ ਨੀਂਹ ਦੇ ਵਿੱਚ ਗੁਰਬਾਣੀ, ਜਪਜੀ ਸਾਹਿਬ ਜਿਹੜੇ ਨੇ ਉਹ ਘੋਲ ਘੋਲ ਕੇ ਪਾਏ ਗਏ ਸੀ ਇਸ ਨੀਂਹ ਦੇ ਵਿੱਚ, ਇਸ ਕਿਰਦਾਰ ਦੀ ਨੀਂਹ ਦੇ ਵਿੱਚ। ਉਸ ਕਿਰਦਾਰ ਨੂੰ ਇਹ ਪਤਾ ਸੀ ਕਿ ਜੇ ਨਵਾਬੀ ਮਿਲ ਰਹੀ ਹੈ ਤਾਂ ਉਹ ਵੀ ਉਹਦੀ ਰਜ਼ਾ ਦੇ ਵਿੱਚ, ਜੇ ਅਸੀਂ ਘੋੜਿਆਂ ਦੀ ਕਾਠੀ 'ਤੇ ਸੌਂ ਰਹੇ ਹਾਂ ਤਾਂ ਉਹ ਵੀ ਉਹਦੀ ਰਜ਼ਾ ਦੇ ਵਿੱਚ, ਜੇ ਅੱਜ ਸਾਨੂੰ ਉਹਨਾਂ ਨੇ ਮੇਵੇ ਬਦਾਮ ਸਭ ਕੁਝ ਭੇਜਿਆ ਉਹ ਵੀ ਉਹਦੀ ਰਜ਼ਾ ਦੇ ਵਿੱਚ, ਜੇ ਅਸੀਂ ਛੋਲੇ ਖਾ ਕੇ ਕੁਝ ਸਮੇਂ ਲਈ ਆਪਣਾ ਸਮਾਂ ਬਿਤਾਉਣ ਦੇ ਲਈ ਮਜਬੂਰ ਹਾਂ ਤਾਂ ਉਹ ਵੀ ਉਹਦੀ ਰਜ਼ਾ ਦੇ ਵਿੱਚ। ਇਸ ਤਰੀਕੇ ਦਾ ਜਿਹੜਾ ਇੱਕ ਕਿਰਦਾਰ ਹੈ ਉਹ ਗੁਰਬਾਣੀ ਸਿਰਜਦੀ ਹੈ, ਗੁਰਬਾਣੀ ਸਿਰਜ ਸਕਦੀ ਹੈ। ਉਦੋਂ ਆਪਣੇ ਵਿੱਚ ਜਿਹੜਾ ਬਹੁਤ ਜ਼ਿਆਦਾ ਅਚੀਵਰ ਹੈ ਜਾਂ ਜਿਹਨੂੰ ਅਸੀਂ ਸੋ ਕਾਲਡ ਸਕਸੈਸਫੁਲ ਬੰਦਾ ਮੰਨਦੇ ਹਾਂ, ਸਾਨੂੰ ਉਹ ਅਤੇ ਜਿਹੜਾ ਸਕਸੈਸਫੁਲ ਜਿਹਨੂੰ ਅਸੀਂ ਨਹੀਂ ਮੰਨ ਰਹੇ, ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਇਹ ਉਦੋਂ ਹੋਊਗਾ ਜਦੋਂ ਅਸੀਂ ਹੁਕਮ ਮੰਨਣਾ ਸ਼ੁਰੂ ਕਰ ਦਿਆਂਗੇ। ਔਰ ਇਹ ਇੰਪੋਰਟੈਂਟ ਹੈ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਸਭ ਤੋਂ ਸਰਲ ਉਦਾਹਰਨਾਂ ਕੀ ਨੇ। ਪਹਿਲੀ ਉਦਾਹਰਨ ਇਹ ਹੈ ਕਿ ਹਾਰ ਜਿੱਤ ਦੋਨਾਂ ਲਈ ਅਸੀਂ ਤਿਆਰ ਹੁੰਦੇ ਹਾਂ, ਕਿਉਂਕਿ ਜਦੋਂ ਅਸੀਂ ਸੋਚ ਲੈਂਦੇ ਹਾਂ ਕਿ ਸਭ ਕੁਛ ਹੁਕਮ ਦੇ ਵਿੱਚ ਹੋ ਰਿਹਾ, ਫਿਰ ਹਾਰ ਅਤੇ ਜਿੱਤ, ਹਾਰ ਵੀ ਹੋ ਸਕਦੀ ਹੈ, ਜਿੱਤ ਵੀ ਹੋ ਸਕਦੀ, ਉਹਦੀ ਹੁਕਮ ਦੀ ਗੱਲ ਹੈ, ਕੋਈ ਗੱਲ ਨਹੀਂ। ਦੂਸਰੀ ਗੱਲ, ਸਾਨੂੰ ਹਾਰੇ ਹੋਏ ਔਰ ਜਿੱਤੇ ਹੋਏ ਦੋਵਾਂ ਤਰ੍ਹਾਂ ਦੇ ਲੋਕਾਂ ਦੇ ਨਾਲ ਇਕੁਅਲ ਪਿਆਰ ਹੁੰਦਾ, ਅਸੀਂ ਦੋਨਾਂ ਦਾ ਇੱਕੋ ਜਿਹਾ ਟਰੀਟਮੈਂਟ ਕਰਦੇ ਹਾਂ। ਕਿਸੇ ਤਰ੍ਹਾਂ ਦੀ ਕੋਈ ਬਾਇਸਡ ਜਿਹੜੀ ਉਹ ਸਾਡੀ ਇੰਟਰਪ੍ਰੀਟੇਸ਼ਨ ਨਹੀਂ ਹੁੰਦੀ ਕਿ ਇਹ ਤਾਂ ਹਾਰਿਆ ਹੋਇਆ ਬੰਦਾ, ਇਹਨੂੰ ਛੱਡ ਦਿਓ। ਤੀਸਰੀ ਗੱਲ, ਦੋਨਾਂ ਹੀ ਅਵਸਥਾ ਤੋਂ ਬਾਅਦ, ਚਾਹੇ ਅਸੀਂ ਹਾਰ ਗਏ ਜਾਂ ਜਿੱਤ ਗਏ, ਦੋਨਾਂ ਹੀ ਅਵਸਥਾਵਾਂ ਤੋਂ ਬਾਅਦ ਅਸੀਂ ਅਗਲੇ ਰਣ ਲਈ ਤਿਆਰ ਹੁੰਦੇ ਹਾਂ, ਕਿਉਂਕਿ ਅਸੀਂ ਹੁਕਮ ਦੇ ਵਿੱਚ ਹਾਂ, ਅਸੀਂ ਹੁਕਮ ਮੰਨ ਰਹੇ ਹਾਂ। ਜਦੋਂ ਕੋਈ ਜਿੱਤ ਜਾਂਦਾ ਨਾ, ਤਾਂ ਉਸ ਤੋਂ ਬਾਅਦ ਜਦੋਂ ਉਹ ਇਹ ਸੋਚਦਾ ਕਿ ਤਾਂ ਮੈਂ ਕੀਤਾ, ਇਹ ਮੇਰਾ ਕਰਮ ਸੀ, ਇਹ ਮੈਂ ਕੀਤਾ, ਮੈਂ ਜਿੱਤਿਆ ਹਾਂ, ਜਿੱਥੇ ਮੈਂ ਆ ਗਈ, ਹਉਮੈ ਰੋਗ ਆ ਗਿਆ, ਤਾਂ ਫਿਰ ਉਹ ਅਗਲੇ ਰਣ ਦੇ ਵਿੱਚ ਪੱਕਾ ਹਾਰੂਗਾ, ਕਿਉਂਕਿ ਉਹ ਅਗਲੇ ਰਣ ਦੇ ਵਾਸਤੇ ਤਿਆਰ ਹੀ ਨਹੀਂ। ਔਰ ਜਿੱਥੇ ਜਿਹੜਾ ਕੋਈ ਇੱਕ ਵਾਰੀ ਹਾਰ ਗਿਆ ਔਰ ਉਹਨੂੰ ਲੱਗਾ ਕਿ ਮੈਂ ਹਾਰ ਗਿਆ, ਇਹ ਤਾਂ ਮੇਰੀ ਨਾਕਾਬਲੀਅਤ ਆ, ਤਾਂ ਫਿਰ ਉਹ ਅਗਲੇ ਰਣ ਵਾਸਤੇ ਤਿਆਰ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਫਿਰ ਮੈਂਟਲ ਜਿਹੜਾ ਡਿਪਰੈਸ਼ਨ ਆ ਉਹਦੇ ਅੰਦਰ ਜਾਣਾ ਸ਼ੁਰੂ ਕਰ ਦੂਗਾ। ਉਸ ਨੂੰ ਆਪਣੇ ਉੱਤੇ ਸੈਲਫ ਡਾਊਟ ਹੋਣਾ ਸ਼ੁਰੂ ਹੋ ਜਾਊਗਾ ਕਿ ਮੈਂ ਕਿੱਦਾਂ ਕਰ ਸਕਦਾ ਇਹ। ਔਰ ਹੁਣ ਆਪਾਂ ਦੇਖੀਏ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਹੋਕਾ ਦਿੰਦੇ ਨੇ, ਹੋਕਾ ਦੇ ਕੇ ਉਹ ਇੱਥੋਂ ਦੇ ਲੋਕਾਂ ਨੂੰ, ਉਸ ਖਿੱਤੇ ਦੇ ਲੋਕਾਂ ਨੂੰ ਜਗਾਉਂਦੇ ਨੇ ਕਿ ਤੁਸੀਂ ਭਾਈ ਕੁੱਟੇ ਜਾ ਰਹੇ ਹੋ, ਲੁੱਟੇ ਜਾ ਰਹੇ ਹੋ। ਜਦੋਂ ਉਹ ਕਹਿੰਦੇ ਨੇ, ਉਹ ਹੋਕਾ ਦੇ ਕੇ ਉਹ ਜਗਾਉਂਦੇ ਨੇ ਕਿ ਜੇ ਤੁਹਾਡੀ ਪੱਤ ਹੀ ਨਹੀਂ ਰਹੀ ਤੇ ਜੋ ਮਰਜ਼ੀ ਖਾਈ ਚੱਲੋ, ਜੋ ਮਰਜ਼ੀ ਕਰੀ ਚੱਲੋ, ਫਿਰ ਉਹ ਹਰਾਮ ਹੈ ਨਾ। ਉਹਨਾਂ ਲੋਕਾਂ ਨੂੰ ਉਹਨਾਂ ਨੇ ਜਗਾ ਤਾਂ ਦਿੱਤਾ, ਹੋਕਾ ਦੇ ਕੇ ਜਾਗ ਗਏ, ਪਰ ਉਹਨਾਂ ਦੀ ਹੁਣ ਟ੍ਰੇਨਿੰਗ ਵੀ ਤਾਂ ਹੋਣੀ ਸੀਗੀ ਨਾ। ਉਹ ਟ੍ਰੇਨਿੰਗ ਉਹਨਾਂ ਦੀ ਕਿੱਦਾਂ ਹੋਊਗੀ? ਸਭ ਤੋਂ ਪਹਿਲਾਂ ਉਹਨਾਂ ਨੂੰ ਹੁਕਮ ਦੇ ਲੜ ਲਾਇਆ ਜਾਊਗਾ, ਉਹਨਾਂ ਨੂੰ ਇਕੁਐਲਿਟੀ ਸਮਝਾਈ ਜਾਊਗੀ, ਔਰ ਇਕੁਐਲਿਟੀ ਉਹ ਸਮਝਾ ਦਿੰਦੇ ਨੇ। ਉਸ ਤੋਂ ਅਗਲੀ ਗੱਲ ਆਉਂਦੀ ਹੈ ਹੁਕਮ ਦੀ। ਹੁਕਮ ਜਿਹੜੀ ਉਹ ਗੁਰੂ ਅੰਗਦ ਦੇਵ ਮਹਾਰਾਜ ਸਾਨੂੰ ਦ੍ਰਿੜ ਕਰਾ ਦਿੰਦੇ ਨੇ। ਹੁਣ ਉਹ ਜਿਹੜਾ ਮੈਂ ਇਹ 3 ਉਦਾਹਰਨਾਂ ਦਿੱਤੀਆਂ ਕਿ ਸਭ ਤੋਂ ਬੇਸ ਲੈਵਲ ਦੀ ਉਦਾਹਰਨ ਕੀ ਆ, ਉਹ ਇਹ ਆ ਜਦੋਂ ਲੋਕ ਹੁਕਮ ਦੇ ਵਿੱਚ ਹੋ ਗਏ, ਫਿਰ ਉਹਨਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਲੜਾਂਗੇ ਜ਼ਰੂਰ, ਜਿੱਤੀਏ ਜਾਂ ਹਾਰੀਏ ਉਸ ਪਰਮਾਤਮਾ ਦੇ ਹੱਥ, ਉਹ ਉਸ ਦਾ ਹੁਕਮ, ਅਸੀਂ ਲੜਾਂਗੇ ਜ਼ਰੂਰ, ਔਰ ਲੜਾਂਗੇ ਵੀ ਇਸ ਕਰਕੇ ਕਿਉਂਕਿ ਉਸੇ ਦਾ ਹੁਕਮ ਹੈ। ਮੈਂ ਲੜ ਪਾ ਰਿਹਾ ਹਾਂ ਜਾਂ ਮੈਂ ਬੋਲ ਪਾ ਰਹੀ ਹਾਂ, ਕਿਉਂਕਿ ਉਸ ਦਾ ਹੁਕਮ ਹੈ। ਅਗਰ ਮੈਂ ਆਪਣੀ ਜ਼ੁਬਾਨ ਦੇ ਵਿੱਚੋਂ ਦੇਖਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ 5 ਮਿੰਟ ਜਾਂ 10 ਮਿੰਟ ਵੀ ਕਿਸੇ ਨਾਲ ਕੋਈ ਗੱਲ ਕਰ ਪਾਊਂਗੀ, ਉਹ ਉਸੇ ਦੇ ਹੁਕਮ ਦੇ ਵਿੱਚ ਹੈ। ਜਦੋਂ ਅਸੀਂ ਇਸ ਲੈਵਲ ਦੇ ਉੱਤੇ ਆ ਜਾਂਦੇ ਹਾਂ, ਫਿਰ ਅਸੀਂ ਹਰ ਇੱਕ ਰਣ ਦੇ ਲਈ ਤਿਆਰ ਹੁੰਦੇ ਹਾਂ। ਫਿਰ ਅਸੀਂ ਜਦੋਂ ਘੱਲੂਘਾਰਾ ਹੁੰਦਾ ਹੈ, ਅਤੇ ਘੱਲੂਘਾਰੇ ਦੇ ਵਿੱਚ ਸਾਡੇ ਮੈਜੋਰਿਟੀ ਆਫ ਜਿਹੜੇ ਸਿੱਖ ਨੇ ਉਹ ਸ਼ਹੀਦ ਹੋ ਜਾਂਦੇ, ਕੁਛ ਕੁ ਬਚਦੇ ਨੇ। ਹੁਣ ਇਹ ਸੋਚੋ ਕਿ ਜਿਹੜੇ ਇਸ ਤਰੀਕੇ ਨਾਲ ਕੁਛ ਕੁ ਬਚੇ ਨੇ, ਉਹ ਆਪਣੇ ਆਪ ਨੂੰ ਕਿਵੇਂ ਤਿਆਰ ਕਰਦੇ ਹੋਣਗੇ, ਜਾਂ ਉਹਨਾਂ ਦੇ ਕੋਲ ਉਹ ਡਿਪਰੈਸ਼ਨ 'ਚ ਨਹੀਂ ਗਏ। ਉਹਨਾਂ ਨੇ ਨਹੀਂ ਸੋਚਿਆ ਕਿ ਹੁਣ ਤਾਂ ਜੀ ਇੰਨੇ ਕੀ ਰਹਿ ਗਿਆ ਜੀ, ਹੁਣ ਬਸ ਕਰੋ ਜੀ। ਜਿਵੇਂ ਅੱਜ ਕੱਲ੍ਹ ਮੈਜੋਰਿਟੀ ਆਫ ਜਿਹੜੇ ਪੀਪਲ ਆ, ਉਹ ਇਹ ਗੱਲ ਬਾਰ-ਬਾਰ ਸਾਨੂੰ ਬੋਲਦੇ ਆ ਕਿ ਤੁਸੀਂ ਇਕੱਲੇ ਹੀ ਬੋਲੀ ਜਾਂਦੇ ਆ, ਛੱਡੋ ਪਰੇ, ਤੁਸੀਂ ਜਿੱਦਾਂ ਬਾਕੀ ਕਰੀ ਜਾਂਦੇ ਤੁਸੀਂ ਵੀ ਇੱਦਾਂ ਹੀ ਕਰੀ ਚੱਲੋ। ਪਰ ਉਹ ਜੇ ਬਾਕੀ ਜਿੱਦਾਂ ਕਰੀ ਜਾਂਦੇ ਉਹ ਤਾਂ ਭੀੜ ਹੋ ਗਈ ਨਾ, ਉਹ ਤਾਂ ਸ਼ਾਇਦ ਆਪ ਕਰ ਰਹੇ ਹੋਣਗੇ। ਜਦੋਂ ਤੁਸੀਂ ਇਹ ਸੋਚ ਲੈਂਦੇ ਆ ਕਿ ਮੈਂ ਜੋ ਕਰ ਰਿਹਾ ਉਹ ਮੈਂ ਨਹੀਂ ਕਰ ਰਿਹਾ, ਉਸ ਦੇ ਹੁਕਮ ਦੇ ਵਿੱਚ ਹੋ ਰਿਹਾ, ਫਿਰ ਤੁਸੀਂ ਕਿਸੇ ਤਰ੍ਹਾਂ ਦੀ ਵੀ ਲੜਾਈ ਲੜਨ ਨੂੰ ਤਿਆਰ ਹੁੰਦੇ ਆ। ਔਰ ਉਸ ਵੇਲੇ ਜਿਹੜਾ ਫਲਸਫਾ ਹੈ ਚੜ੍ਹਦੀ ਕਲਾ ਦਾ, ਉਦੋਂ ਸਾਹਮਣੇ ਆਉਂਦਾ। ਹੁਣ ਇਸੇ ਨੂੰ ਹੀ ਚੜ੍ਹਦੀ ਕਲਾ ਕਿਹਾ ਜਾਊਗਾ। ਜਰਾ ਆਪਾਂ ਹੁਣ ਖਿਆਲ ਕਰੀਏ,
ਜਦੋਂ ਅਸੀਂ ਹੁਕਮ ਪਹਿਚਾਣ ਲਵਾਂਗੇ ਤੇ ਹੁਕਮ ਮੰਨ ਲਵਾਂਗੇ, ਚੜ੍ਹਦੀ ਕਲਾ ਉਦੋਂ ਹੀ ਹੋ ਸਕਦੀ ਹੈ। ਕਿਉਂਕਿ ਜਦੋਂ ਮੈਨੂੰ ਇਹ ਲੱਗ ਹੀ ਨਹੀਂ ਰਿਹਾ ਕਿ ਇਹ ਕੁਛ ਮੈਂ ਕੀਤਾ, ਜਦੋਂ ਮੈਂ ਸਮਝ ਗਿਆ, ਜਦੋਂ ਇਹ ਮੈਂ ਪਹਿਚਾਣ ਲਿਆ ਕਿ ਜੋ ਕੁਛ ਵੀ ਹੋ ਰਿਹਾ ਉਹਦੇ ਹੁਕਮ 'ਚ ਹੋ ਰਿਹਾ, ਮੇਰਾ ਕੰਮ ਹੈ ਚੱਲਦੇ ਰਹਿਣਾ, ਤਾਂ ਉਦੋਂ ਫਿਰ ਮੈਨੂੰ ਕੋਈ ਰੋਕ ਨਹੀਂ ਸਕਦਾ। ਉਦੋਂ ਫਿਰ ਮੈਂ ਚੜ੍ਹਦੀ ਕਲਾ 'ਚ ਹੀ ਹੋਊਂਗਾ। ਉਦੋਂ ਕਿਤੇ ਵੀ ਇਹ ਨਹੀਂ ਹੋਊਗਾ ਕਿ ਮੈਂ ਨਿਰਾਸ਼ਾ 'ਚ ਹੋ ਜਾ, ਕਿਉਂਕਿ ਜੇ ਜਿੱਤ ਮੇਰੀ ਨਹੀਂ ਤਾਂ ਹਾਰ ਵੀ ਮੇਰੀ ਨਹੀਂ, ਜੇ ਹਉਮੈ ਮੇਰੀ ਨਹੀਂ ਤਾਂ ਨਿਰਾਸ਼ਾ ਵੀ ਮੇਰੀ ਨਹੀਂ, ਹੈ ਨਾ। ਜੇ ਮੇਰੇ ਵਿੱਚ ਬਹੁਤ ਈਗੋ ਨਹੀਂ ਆਈ ਤਾਂ ਮੇਰੇ 'ਚ ਡਿਪਰੈਸ਼ਨ ਵੀ ਨਹੀਂ ਆਇਆ। ਮੈਂ ਦੋਨਾਂ ਹੀ ਇੱਕ ਬੈਲੈਂਸਡ ਪਰਸਨੈਲਿਟੀ ਜਿਹੜੀ ਆ ਉਹ ਖੜੀ ਹੋਊਗੀ। ਐਂਡ ਇਸ ਬੈਲੈਂਸਡ ਪਰਸਨੈਲਿਟੀ ਨੂੰ ਖੜੀ ਕਰਨ ਦੇ ਲਈ ਹੁਕਮ ਦੀ ਗੱਲ ਜਿਹੜੀ ਆ ਉਹ ਗੁਰੂ ਪਾਤਸ਼ਾਹ ਸਾਨੂੰ ਦੱਸਦੇ ਨੇ, ਜੋ ਗੁਰੂ ਅੰਗਦ ਦੇਵ ਮਹਾਰਾਜ ਆਪਣੇ ਜੀਵਨ ਕਾਲ ਦੇ ਵਿੱਚ ਸਾਨੂੰ ਦ੍ਰਿੜ ਕਰਾਉਂਦੇ ਨੇ। ਹੁਣ ਚੜ੍ਹਦੀ ਕਲਾ ਦੀ ਜਿਹੜੀ ਇਹ ਅਵਸਥਾ ਆ, ਜਦੋਂ ਆਪਾਂ, ਕਿਉਂਕਿ ਹਰ ਸਿੱਖ ਆਪਣੀ ਅਰਦਾਸ ਦੇ ਵਿੱਚ ਬਾਰ-ਬਾਰ ਬੋਲਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 3-4 ਚੀਜ਼ਾਂ ਇਸੇ ਇੱਕ ਲਾਈਨ ਦੇ ਵਿੱਚ ਹੀ ਅਗਰ ਆਪਾਂ ਦੇਖੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ 4 ਚੀਜ਼ਾਂ ਨੇ। ਖੈਰ ਇਹਨੂੰ ਆਪਾਂ ਡਿਟੇਲ ਦੇ ਵਿੱਚ ਆਪਾਂ ਉਦੋਂ ਦੇਖਾਂਗੇ ਜਦੋਂ ਅਸੀਂ ਇਸ ਲਾਈਨ ਤੱਕ ਪਹੁੰਚਾਂਗੇ ਅਰਦਾਸ ਦੀ ਗੱਲ ਕਰਦੇ ਹੋਏ, ਉਦੋਂ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ। ਅੱਜ ਜਿਹਦੇ ਉੱਤੇ ਆਪਾਂ ਕੰਮ ਕਰ ਰਹੇ ਹਾਂ ਉਹ ਸਿਰਫ ਆਪਾਂ ਕੰਮ ਕਰ ਰਹੇ ਹਾਂ ਕਿ ਚੜ੍ਹਦੀ ਕਲਾ ਦੇ ਉੱਤੇ। ਚੜ੍ਹਦੀ ਕਲਾ ਕਿੱਦਾਂ ਹੈ? ਹੁਣ ਚੜ੍ਹਦੀ ਕਲਾ ਦੀ ਇਹ ਅਵਸਥਾ ਜੋ ਕਿ ਹੁਕਮ ਦੇ ਵਿੱਚ ਰਹਿ ਕੇ ਹੀ ਬਣ ਸਕਦੀ ਹੈ, ਹੁਣ ਉਹ ਬਣਦੀ ਕਿਵੇਂ ਹੈ ਆਪਾਂ ਇਹ ਦੇਖੀਏ। ਪਹਿਲਾਂ ਤਾਂ ਜਦੋਂ ਆਪਾਂ ਹੁਕਮ ਦੇ ਵਿੱਚ ਹਾਂ ਔਰ ਸਾਨੂੰ ਲੱਗਦਾ ਕਿ ਹਾਰ ਹੋਵੇ ਜਿੱਤ ਹੋਵੇ, ਮੈਂ ਤਾਂ ਆਪਣਾ ਕਰਮ ਕਰਨਾ, ਤਾਂ ਸਾਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਕਾਬਲੀਅਤ ਦੇ ਉੱਤੇ ਵਿਸ਼ਵਾਸ ਹੁੰਦਾ ਹੈ। ਅਸੀਂ ਆਪਣੀ ਕਾਬਲੀਅਤ ਦੇ ਉੱਤੇ, ਜੋ ਕਿ ਉਸ ਹੁਕਮ ਦੇ ਵਿੱਚ ਹੀ ਹੈ, ਉਹਦੇ ਉੱਤੇ ਵਿਸ਼ਵਾਸ ਹੋ ਜਾਂਦਾ। ਕਿਉਂਕਿ ਜਦੋਂ ਮੈਨੂੰ ਪਤਾ ਹੈ ਕਿ ਮੇਰੇ ਕੋਲ ਨਾ ਹਾਰਨ ਲਈ ਕੁਛ ਹੈ ਨਾ ਜਿੱਤਣ ਲਈ ਕੁਛ ਹੈ, ਮੇਰੇ ਕੋਲ ਸਿਰਫ ਇੱਕੋ ਹੀ ਤਰੀਕਾ ਹੈ, ਉਹ ਹੈ ਲੜਾਈ ਜਾਂ ਉਹ ਹੈ ਖੇਡ, ਹੈ ਨਾ, ਜਾਂ ਮੇਰਾ ਕਰਮ, ਮੇਰੇ ਕੋਲ ਸਿਰਫ ਉਹੀ ਹੈ, ਤਾਂ ਮੈਂ ਆਪਣਾ 100% ਉਸ ਕਰਮ ਨੂੰ ਦਿੰਦੀ ਹਾਂ। ਸੋ ਆਪਣੀ ਕਾਬਲੀਅਤ ਦੇ ਉੱਤੇ ਵਿਸ਼ਵਾਸ। ਦੂਸਰੇ ਦੀ ਕਾਬਲੀਅਤ ਨੂੰ ਵੀ ਮੈਂ ਓਨਾ ਹੀ ਸਨਮਾਨ ਦੇਣਾ ਸ਼ੁਰੂ ਕਰ ਦੂੰਗੀ ਜਿੰਨਾ ਕਿ ਮੈਂ ਆਪਣੀ ਕਾਬਲੀਅਤ ਨੂੰ ਸਨਮਾਨ ਦਿੰਦੀ ਹਾਂ, ਜੇਕਰ ਮੈਂ ਹੁਕਮ ਦੇ ਵਿੱਚ ਹਾਂ। ਤੇ ਜੇਕਰ ਮੈਨੂੰ ਲੱਗਦਾ ਕਿ ਜੋ ਕੁਛ ਵੀ ਹੋ ਰਿਹਾ ਉਹ ਮੇਰੇ ਪਾਤਸ਼ਾਹ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ, ਫਿਰ ਮੈਂ ਅਗਲੇ ਦੀ ਕਾਬਲੀਅਤ ਨੂੰ ਵੀ ਓਨਾ ਹੀ ਸਨਮਾਨ ਦਊਂਗੀ ਜਿੰਨਾ ਮੈਂ ਆਪਣੀ ਕਾਬਲੀਅਤ ਨੂੰ ਸਨਮਾਨ ਦੇ ਰਹੀ ਹਾਂ। ਜਿੰਨਾ ਮੈਨੂੰ ਲੱਗਦਾ ਕਿ ਮੈਂ ਡਿਜ਼ਰਵ ਕਰਦੀ, ਮੈਨੂੰ ਲੱਗੇ ਕਿ ਅਗਲਾ ਵੀ ਡਿਜ਼ਰਵ ਕਰਦਾ ਹੋ ਸਕਦਾ, ਕਿਉਂਕਿ ਉਹ ਵੀ ਤਾਂ ਹੁਕਮ ਦੇ ਵਿੱਚ ਆ। ਜੋ ਅਗਰ ਉਹਦੇ ਵਿੱਚ ਕੁਛ ਪੋਜ਼ੀਟਿਵ ਹੈ ਤਾਂ ਉਹ ਵੀ ਹੁਕਮ ਦੇ ਵਿੱਚ ਆ। ਹੁਣ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਅਸੀਂ ਬਣ ਜਾਂਦੇ ਹਾਂ ਕਰਤਾ। ਮੈਨੂੰ ਇਹ ਲੱਗਦਾ ਕਿ ਨਹੀਂ ਜੀ, ਮੇਰੇ ਤੋਂ ਵੱਧ ਤਾਂ ਗਿਆਨੀ ਕੋਈ ਹੈ ਹੀ ਨਹੀਂ, ਮੈਨੂੰ ਇਹ ਲੱਗਦਾ ਕਿ ਮੇਰੇ ਤੋਂ ਵੱਧ ਸ਼ਕਤੀਸ਼ਾਲੀ ਕੋਈ ਹੈ ਨਹੀਂ, ਮੈਨੂੰ ਇਹ ਲੱਗਦਾ ਕਿ ਮੇਰੇ ਤੋਂ ਵੱਧ ਪੈਸੇ ਵਾਲਾ ਕੋਈ ਹੈ ਨਹੀਂ, ਮੇਰੇ ਤੋਂ ਵੱਧ ਤਾਂ ਧਨਾੜ ਕੋਈ ਹੈ ਹੀ ਨਹੀਂ, ਔਰ ਅਸੀਂ ਆਪਣਾ ਪੂਰਾ ਜ਼ੋਰ ਇਸ ਚੀਜ਼ ਨੂੰ ਪ੍ਰੂਵ ਕਰਨ 'ਤੇ ਲਾ ਦਿੰਦੇ ਹਾਂ। ਔਰ ਜਦੋਂ ਆਪਾਂ ਆਪਣੇ ਆਪ ਨੂੰ ਹੀ ਸੁਪੀਰੀਅਰ ਪ੍ਰੂਵ ਕਰਨ ਦੇ ਉੱਤੇ ਲਾਉਂਦੇ ਹਾਂ, ਅਸੀਂ ਕਿਤੇ ਨਾ ਕਿਤੇ ਹੁਕਮ ਨੂੰ ਮਾਈਨਸ ਕਰ ਦਿੰਦੇ ਹਾਂ। ਫਿਰ ਅਗਰ ਸਾਡੇ ਸਾਹਮਣੇ ਕੋਈ ਐਸਾ ਬੰਦਾ ਆਵੇ ਜਿਸ ਦਾ ਗਿਆਨ, ਮੈਨੂੰ ਪਤਾ ਹੋਵੇ ਕਿ ਇਸ ਦਾ ਗਿਆਨ ਮੇਰੇ ਤੋਂ ਕਿਤੇ ਉੱਚਾ ਆ ਜਾਂ ਇਸ ਨੂੰ ਗੁਰੂ ਮਹਾਰਾਜ ਦੀ ਜ਼ਿਆਦੀ ਮਿਹਰ ਹੈ, ਤਾਂ ਫਿਰ ਮੈਨੂੰ ਕੀ ਲੱਗਦਾ ਕਿ ਨਹੀਂ, ਕਿਉਂਕਿ ਮੇਰੀ ਹਉਮੈ ਜੋ ਹੈ ਉਹ ਤਾਂ ਕਹਿ ਰਹੀ ਹੈ ਕਿ ਤੇਰੇ ਤੋਂ ਵੱਡਾ ਕੋਈ ਹੋ ਹੀ ਨਹੀਂ ਸਕਦਾ। ਤਾਂ ਫਿਰ ਮੈਂ ਕੀ ਕਰਦਾ ਜਾਂ ਕਰਦੀ ਹਾਂ, ਫਿਰ ਮੈਂ ਕੀ ਕਰਦੀ ਹਾਂ ਕਿ ਫਿਰ ਮੈਂ ਅਗਲੇ ਬੰਦੇ ਨੂੰ, ਜਿਹੜਾ ਆਲਰੇਡੀ ਵਧੀਆ ਸੀ, ਜਿਹੜਾ ਮੇਰੇ ਤੋਂ ਵਧੀਆ, ਔਰ ਮੈਨੂੰ ਪਤਾ ਹੈ ਕਿ ਮੇਰੇ ਤੋਂ ਵਧੀਆ, ਫਿਰ ਮੈਂ ਉਸਨੂੰ ਡਿਮੀਨ ਕਰਨਾ ਸ਼ੁਰੂ ਕਰਦੀ ਹਾਂ, ਫਿਰ ਉਸਨੂੰ ਮੈਂ ਛੋਟਾ ਕਰਨਾ ਸ਼ੁਰੂ ਕਰਦੀ ਹਾਂ। ਔਰ ਉਦੋਂ ਕੀ ਹੁੰਦਾ ਹੈ, ਉਦੋਂ ਕੌਨਫਲਿਕਟਸ ਹੁੰਦੇ ਆ। ਤੁਸੀਂ ਸਾਰੀ ਵਰਲਡ ਹਿਸਟਰੀ ਉੱਪਰ ਝਾਤੀ ਮਾਰ ਲਈ ਅਗਰ ਆਪਾਂ, ਜਿੰਨੀਆਂ ਵੀ ਦੁਨੀਆ ਦੇ ਵਿੱਚ ਲੜਾਈਆਂ ਹੋਈਆਂ, ਉਹ ਹੋਈਆਂ ਹੀ ਇਸ ਕਰਕੇ ਆ ਕਿਉਂਕਿ ਇੱਕ ਬੰਦੇ ਨੂੰ ਲੱਗਦਾ ਕਿ ਮੇਰੇ ਤੋਂ ਉੱਪਰ ਕੋਈ ਨਹੀਂ, ਅਤੇ ਉਹ ਦੂਜੇ ਦੇ ਜਾ ਕੇ ਗਲ ਪੈਂਦਾ ਆ। ਔਰ ਜਿਹੜਾ ਸ਼ਾਇਦ ਹੋ ਸਕਦਾ ਅਗਲਾ ਵੀ ਸੋਚਦਾ ਹੋਵੇ ਕਿ ਮੇਰੇ ਤੋਂ ਵੀ ਉੱਪਰ ਕੋਈ ਨਹੀਂ, ਫਿਰ ਉਹ ਵੀ ਗਲ ਪੈ ਜੇ। ਪਰ ਮੈਜੋਰਿਟੀ ਆਫ ਟਾਈਮ ਜਿਹੜੀਆਂ ਲੜਾਈਆਂ ਨੇ ਉਹ ਥੋਪੀਆਂ ਗਈਆਂ ਹੁੰਦੀਆਂ, ਉਹ ਕਦੀ ਵੀ ਅਗਲੇ ਬੰਦੇ ਨੇ ਆਪ ਨਹੀਂ ਕੀਤੀਆਂ ਹੁੰਦੀਆਂ, ਥੋਪੀਆਂ ਗਈਆਂ ਹੁੰਦੀਆਂ। ਕੋਈ ਇਨਸਾਨ ਜਿਹੜਾ ਇੱਕ ਹਉਮੈ ਨਾਲ ਭਰਿਆ ਹੋਇਆ ਇਨਸਾਨ ਹੈ ਨਾ, ਉਹ ਦੂਸਰਾ ਜਿਹੜਾ ਕੋਈ ਲੜਾਈ ਚਾਹ ਵੀ ਨਹੀਂ ਰਿਹਾ, ਉਹਦੇ ਵੀ ਗਲ ਲੜਾਈ ਪਾ ਦਿੰਦਾ, ਔਰ ਦੂਸਰੇ ਨੂੰ ਲੜਨਾ ਪਊਗਾ ਕਿਉਂਕਿ ਉਹ ਵੀ ਉਹਦਾ ਫਿਰ ਹੁਕਮ ਹੋ ਜਾਂਦਾ, ਕਿਉਂਕਿ ਉਹਦੇ ਵਾਸਤੇ ਜ਼ਰੂਰੀ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਜਦੋਂ ਆਪਾਂ ਦੇਖਾਂਗੇ, ਪਹਿਲੀ ਗੱਲ, ਜਦੋਂ ਮੈਂ ਹੁਕਮ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਦੇਖ ਰਹੀ ਹਾਂ ਤਾਂ ਪਹਿਲੀ ਗੱਲ ਇਹ ਆਉਂਦੀ ਹੈ ਕਿ ਮੈਨੂੰ ਆਪਣੀ ਕਾਬਲੀਅਤ ਦੇ ਉੱਤੇ ਵਿਸ਼ਵਾਸ ਹੈ। ਦੂਸਰੀ ਗੱਲ ਆਉਂਦੀ ਹੈ, ਸਿਰਫ ਮੈਨੂੰ ਆਪਣੀ ਕਾਬਲੀਅਤ ਦੇ ਉੱਤੇ ਯਕੀਨ ਨਹੀਂ, ਮੈਨੂੰ ਅਗਲੇ ਦੀ ਕਾਬਲੀਅਤ ਦੇ ਉੱਤੇ ਵੀ ਓਨਾ ਹੀ ਵਿਸ਼ਵਾਸ ਹੈ। ਔਰ ਮੈਨੂੰ ਹੈ ਕਿ ਅਗਰ ਗੁਰੂ ਪਾਤਸ਼ਾਹ ਨੇ ਮਿਹਰ ਕੀਤੀ ਤਾਂ ਅਗਲਾ ਬੰਦਾ ਵੀ ਬਹੁਤ ਕੁਛ ਕਰ ਸਕਦਾ। ਹੋ ਸਕਦਾ ਅੱਜ ਉਹਦੇ ਕੋਲ ਕੱਖ ਵੀ ਨਾ ਹੋਵੇ ਅਤੇ ਮੈਂ ਧਨਾੜ ਹੋਵਾਂ, ਪਰ ਕੱਲ੍ਹ ਨੂੰ ਜੇ ਉਸ ਦਾ ਹੁਕਮ ਹੋਇਆ ਤਾਂ ਉਹ ਮੇਰੇ ਤੋਂ ਵੱਡਾ ਧਨਾੜ ਹੋ ਸਕਦਾ। ਔਰ ਜਦੋਂ ਇਹ ਗੱਲ ਮੇਰੇ ਦਿਮਾਗ 'ਚ ਆ ਜੂਗੀ ਨਾ, ਫਿਰ ਮੈਂ ਅਗਲਿਆਂ ਦੀ, ਫਿਰ ਮੈਂ ਹਰ ਕਿਸੇ ਦੀ ਮਦਦ ਕਰਨੀ ਸ਼ੁਰੂ ਕਰ ਦੂੰਗੀ।
ਸਾਡੀਆਂ ਮੈਜੋਰਿਟੀ ਆਫ ਪ੍ਰੋਬਲਮ ਸਾਡੇ ਘਰਾਂ ਦੀਆਂ ਅਗਰ ਆਪਾਂ ਦੇਖੀਏ ਤਾਂ ਉਹ ਪ੍ਰੋਬਲਮਸ ਆਉਂਦੀਆਂ ਕਿੱਥੋਂ ਆ? ਕਿਉਂਕਿ ਅਸੀਂ ਕੀ ਕਰਦੇ ਹਾਂ, ਸਾਨੂੰ ਇਹ ਲੱਗਦਾ ਕਿ ਮੇਰੇ ਬੱਚੇ, ਮੇਰੇ ਤੋਂ ਬਾਅਦ ਮੇਰੇ ਹੀ ਬੱਚੇ ਐਡੇ ਵੱਡੇ ਹੋ ਸਕਦੇ ਆ, ਉਸ ਤੋਂ ਬਿਨਾਂ ਤਾਂ ਕੋਈ ਹੋ ਹੀ ਨਹੀਂ ਸਕਦਾ। ਫਿਰ ਸਾਡੇ ਪਰਿਵਾਰ ਦੇ ਵਿੱਚ ਜੇ ਕੋਈ ਹੋਰ ਬੱਚਾ, ਕਿਸੇ ਸਾਡੇ ਚਾਚੇ ਤਾਏ ਮਾਸੀ ਮਾਸੜ ਦਾ ਕੋਈ ਬੱਚਾ ਆਉਂਦਾ, ਉਹ ਸਾਡੇ ਬੱਚੇ ਤੋਂ ਉੱਪਰ ਜਾਣ ਦੀ ਕੋਸ਼ਿਸ਼ ਕਰਦਾ ਨਾ, ਅਸੀਂ ਆਪਣੇ ਆਪ ਨੂੰ ਹੋਰ ਵਿੰਨ੍ਹਦੇ ਹਾਂ ਔਰ ਇੱਕ ਰੈਟ ਰੇਸ ਦੇ ਵਿੱਚ ਪੈ ਜਾਂਦੇ ਹਾਂ। ਬੇਸਿਕਲੀ ਉਹ ਰੈਟ ਰੇਸ ਹੁੰਦੀ ਤਾਂ ਆ ਕਿਉਂਕਿ ਸਾਨੂੰ ਲੱਗਦਾ ਕਿ ਸਾਰਾ ਕੁਝ ਮੇਰੇ ਲਈ ਰਾਖਵਾਂ ਹੈ। ਸੁਪੀਰੀਓਰਿਟੀ, ਹਰ ਇੱਕ ਤਰ੍ਹਾਂ ਦਾ ਪੈਸਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗਿਆਨਤਾ ਉਹ ਮੇਰੇ ਲਈ ਰਾਖਵੀਂ ਹੈ। ਉਹ ਹਉਮੈ ਜਿਹੜੀ ਹੈ ਉਹ ਮੈਨੂੰ ਖਾਣੀ ਸ਼ੁਰੂ ਕਰ ਦਿੰਦੀ ਹੈ। ਤੀਸਰੀ ਗੱਲ, ਜਦੋਂ ਅਸੀਂ ਹੁਕਮ ਦੇ ਵਿੱਚ ਹੋਵਾਂਗੇ ਤਾਂ ਹਾਰ ਹੋਈ, ਪਹਿਲੀ ਜੰਗ ਦੇ ਵਿੱਚ ਮੇਰੀ ਹਾਰ ਹੋਈ ਹੈ ਜਾਂ ਜਿੱਤ ਹੋਈ ਹੈ, ਉਸ ਦਾ ਕੋਈ ਫਰਕ ਨਹੀਂ ਪੈਂਦਾ। ਅਗਲੀ ਜੰਗ ਦੇ ਵਾਸਤੇ ਮੈਂ ਓਨੀ ਹੀ ਪ੍ਰਬਲਤਾ ਦੇ ਨਾਲ ਦੁਬਾਰਾ ਤਿਆਰ ਹੋ ਜਾਊਂਗੀ, ਅਗਲੇ ਰਣ ਵਾਸਤੇ ਵੀ ਮੈਂ ਤਿਆਰ ਹੋ ਜਾਊਂਗੀ। ਇਹ ਹੈ ਉਦੋਂ ਇਹ ਅਵਸਥਾ ਉਦੋਂ ਬਣਦੀ ਹੈ ਜਦੋਂ ਅਸੀਂ ਹੁਕਮ ਦੇ ਵਿੱਚ ਹਾਂ, ਜਦੋਂ ਅਸੀਂ ਚੜ੍ਹਦੀ ਕਲਾ ਵਾਲੀ ਅਵਸਥਾ ਦੇ ਵਿੱਚ ਹਾਂ। ਹੁਣ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਲੋਕਾਂ ਨੂੰ ਜਗਾ ਦਾ ਦਿੱਤਾ, ਹੁੱਕਾ ਦੇ ਕੇ ਜਗਾ ਦਿੱਤਾ। ਹੁਣ ਉਹਨਾਂ ਦੀ ਤਨ ਅਤੇ ਮਨ ਦੋਨਾਂ ਦੀ ਟ੍ਰੇਨਿੰਗ ਚਾਹੀਦੀ ਹੈ, ਕਿਉਂਕਿ ਜਿਹੜੀ ਚੜ੍ਹਦੀ ਕਲਾ ਦੀ ਅਵਸਥਾ ਜਿਹਦੇ ਬਾਰੇ ਆਪਾਂ ਗੱਲ ਕਰ ਚੁੱਕੇ, ਕਿਉਂਕਿ ਹੁਕਮ ਮੰਨ ਲਿਆ, ਹੁਕਮ ਮੰਨ ਕੇ ਅਗਲੀ ਜਿਹੜੀ ਗੱਲ ਆਉਣੀ ਹੈ ਟ੍ਰੇਨਿੰਗ ਦੀ। ਕਿਉਂਕਿ ਚੜ੍ਹਦੀ ਕਲਾ ਅਗਰ ਆਪਾਂ ਧਿਆਨ ਨਾਲ ਦੇਖੀਏ ਨਾ ਤਾਂ ਇੱਕ ਮਨੋ ਵਿਗਿਆਨਿਕ ਅਵਸਥਾ ਹੈ, ਇੱਕ ਮਨੋ ਅਵਸਥਾ ਹੈ, ਤੁਹਾਡੀ ਇੱਕ ਅੰਦਰੂਨੀ ਅਵਸਥਾ ਹੈ। ਉਸ ਅਵਸਥਾ ਤੱਕ ਪਹੁੰਚਣ ਲਈ ਸਾਡੇ ਮਨ ਦੀ ਟ੍ਰੇਨਿੰਗ ਵੀ ਜ਼ਰੂਰੀ ਸੀ ਅਤੇ ਸਾਡੇ ਤਨ ਦੀ ਟ੍ਰੇਨਿੰਗ ਵੀ ਜ਼ਰੂਰੀ ਸੀ। ਹੁਣ ਮਨ ਦੀ ਟ੍ਰੇਨਿੰਗ ਤਾਂ ਕਰਨੀ ਹੈ ਗੁਰਬਾਣੀ ਨੇ ਔਰ ਗੁਰੂ ਸਿੱਖਿਆ ਨੇ, ਤਾਂ ਹੀ ਤਾਂ ਆਪਾਂ ਔਰ ਗੁਰੂ ਸਿੱਖਿਆ ਗੁਰਬਾਣੀ ਹੀ ਹੈ। ਸਾਡੀ ਮਨ ਦੀ ਟ੍ਰੇਨਿੰਗ ਵਾਸਤੇ ਗੁਰੂ ਅੰਗਦ ਦੇਵ ਪਾਤਸ਼ਾਹ ਗੁਰਦੁਆਰਿਆਂ ਦੇ ਨਾਲ, ਗੁਰੂ ਘਰਾਂ ਦੇ ਨਾਲ ਬਕਾਇਦਾ ਪਹਿਲਾ ਸਿੱਖ ਵਿੱਦਿਅਕ ਅਦਾਰਾ ਸ਼ੁਰੂ ਕਰਦੇ ਨੇ ਪਾਠਸ਼ਾਲਾ ਦੇ ਰੂਪ ਦੇ ਵਿੱਚ, ਜਿੱਥੇ ਉਹ ਬਕਾਇਦਾ ਆਪਣੇ ਬੱਚਿਆਂ ਨੂੰ, ਜਿਹੜੇ ਸਿੱਖ ਬੱਚਿਆਂ ਨੂੰ, ਗੁਰਸਿੱਖ ਬੱਚਿਆਂ ਨੂੰ ਉਹ ਗੁਰਬਾਣੀ ਦਾ ਗਿਆਨ ਵੀ ਦਿੰਦੇ ਨੇ ਔਰ ਵੈਸੇ ਉਹਨਾਂ ਨਾਲ ਵਾਰਤਾਲਾਪ ਵੀ ਕਰਦੇ ਨੇ, ਉਹਨਾਂ ਨੂੰ ਗੁਰਮੁਖੀ ਵੀ ਸਿਖਾਉਂਦੇ ਨੇ। ਔਰ ਹੁਣ ਕਿਉਂਕਿ ਫਿਰ ਇਹ ਗੱਲ ਕੰਟਰਾਡਿਕਟਰੀ ਹੋ ਜੂਗੀ ਕਿ ਆਪਾਂ ਉੱਥੇ ਸੀ ਨਹੀਂ, ਪਤਾ ਨਹੀਂ ਹੋਰ ਕੀ ਸਿਖਾਉਂਦੇ ਨੇ, ਪਰ ਕਿਉਂਕਿ ਗੁਰਬਾਣੀ ਆਪਣੇ ਆਪ ਵਿੱਚ ਇੱਕ ਟੋਟੈਲਿਟੀ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਟੋਟੈਲਿਟੀ ਦੇ ਵਿੱਚ ਇਨਫੋਰਮੇਸ਼ਨ ਵੀ ਹੈ, ਨੌਲੇਜ ਵੀ ਹੈ, ਤਾਂ ਉਹ ਸਾਰਾ ਕੁਝ ਸਿਖਾ ਰਹੇ ਨੇ। ਉਹ ਪਹਿਲਾ ਸਿੱਖ ਵਿੱਦਿਅਕ ਅਦਾਰਾ ਗੁਰੂ ਪਾਤਸ਼ਾਹ ਜਦੋਂ ਸ਼ੁਰੂ ਕਰਦੇ ਨੇ ਉਹ ਸਾਡੇ ਮਨ ਦੇ ਲਈ ਹੈ। ਉਹ ਸਿੱਖਾਂ ਦੇ ਬੱਚਿਆਂ ਦੇ ਮਨਾਂ ਨੂੰ ਟ੍ਰੇਨ ਕਰਨ ਦੇ ਲਈ ਹੈ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਆਪਣੀ ਅਵਸਥਾ ਉਹ ਲੈ ਕੇ ਜਾਣੀ ਹੈ ਕਿ ਉਹ ਚੜ੍ਹਦੀ ਕਲਾ ਦੀ ਅਵਸਥਾ ਦੇ ਵਿੱਚ ਹਮੇਸ਼ ਰਹਿਣ। ਹੁਣ ਅਗਰ ਅੱਜ ਆਪਾਂ ਦੇਖੀਏ ਤਾਂ ਅਸੀਂ ਆਪਣੀ ਮਰਜ਼ੀ ਨਾਲ ਕੀ ਕੀਤਾ ਕਿ ਅਸੀਂ ਗੁਰੂ ਘਰਾਂ ਦੇ ਨਾਲੋਂ ਪਾਠਸ਼ਾਲਾ ਕੱਟ ਦਿੱਤੀਆਂ, ਆਪਣੀ ਮਰਜ਼ੀ ਨਾਲ ਅਸੀਂ ਆਪਣੀ ਮਰਜ਼ੀ ਕੀਤੀ ਔਰ ਆਪਣੇ ਜਿਸ ਤਰੀਕੇ ਨਾਲ ਅਸੀਂ ਇਤਿਹਾਸਕ ਸਰੋਤ ਮਿਟਾਉਣੇ ਸ਼ੁਰੂ ਕਰ ਦਿੱਤੇ, ਇਤਿਹਾਸਿਕ ਇਮਾਰਤਾਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ, ਉਸੇ ਤਰੀਕੇ ਨਾਲ ਅਸੀਂ ਗੁਰੂ ਦਾ ਜਿਹੜਾ ਫਲਸਫਾ ਉਹ ਵੀ ਤੋੜਨਾ ਸ਼ੁਰੂ ਕਰ ਦਿੱਤਾ। ਗੁਰੂ ਪਾਤਸ਼ਾਹ ਨੇ ਸਾਨੂੰ ਪਾਠਸ਼ਾਲਾ ਨਾਲ ਦਿੱਤੀ ਸੀ, ਅਸੀਂ ਉਹ ਤੋੜ ਦਿੱਤੀ। ਖੈਰ, ਅਗਰ ਆਪਾਂ ਗੁਰੂ ਦਾ ਨਾਮ ਲੈਂਦੇ ਹਾਂ, ਜਦੋਂ ਅਸੀਂ ਗੁਰੂ ਅੰਗਦ ਪਾਤਸ਼ਾਹ ਦਾ ਨਾਮ ਲੈਂਦੇ ਹਾਂ ਹਰ ਵਾਰੀ ਅਰਦਾਸ ਦੇ ਵਿੱਚ, ਤਾਂ 2-3 ਗੱਲਾਂ ਜਿਹੜੀਆਂ ਆਪਾਂ, ਕਿਉਂਕਿ ਆਪਾਂ ਇਹ ਗੱਲ ਕੀਤੀ ਹੈ ਕਿ ਜਿਵੇਂ ਅਰਦਾਸ ਦੇ ਵਿੱਚ ਸਾਡੇ ਸਾਹਮਣੇ ਨਾਮ ਆਉਂਦੇ ਨੇ ਨਾ, ਸਾਨੂੰ ਉਸ ਨਾਮ ਦੇ ਵਿੱਚ ਜੋ ਸਾਨੂੰ ਅਪਣਾਉਣਾ ਹੈ, ਉਸ ਨਾਮ ਦੇ ਵਿੱਚੋਂ ਉਹ ਦੇਖਣਾ ਪਊਗਾ, ਸਾਨੂੰ ਉਹ ਨਿਯਮ ਦੇਖਣੇ ਪੈਣਗੇ। ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਜਦੋਂ ਨਾਮ ਆਵੇ ਤਾਂ ਅਸੀਂ ਇਹ ਦੇਖ ਲਿਆ ਕਰੀਏ ਕਿ ਇੱਕ ਪਹਿਲਾ ਰੂਲ ਤਾਂ ਜੈਂਡਰ ਇਕੁਐਲਿਟੀ ਦਾ ਸੀਗਾ, ਦੂਸਰਾ ਰੂਲ ਹੁਕਮ ਦਾ ਸੀਗਾ, ਤੀਸਰਾ ਰੂਲ ਜਿਹੜਾ ਉਹ ਦਿੰਦੇ ਨੇ ਉਹ ਇਹ ਨੇ ਕਿ ਹਰ ਇੱਕ ਗੁਰੂ ਘਰ ਗੁਰਦੁਆਰੇ ਦੇ ਨਾਲ ਪਾਠਸ਼ਾਲਾ ਦਾ ਹੋਣਾ ਜ਼ਰੂਰੀ ਹੈ। ਹੁਣ ਅੱਜ ਕੱਲ੍ਹ ਦਾ ਜਿਸ ਤਰੀਕੇ ਨਾਲ ਮਾਹੌਲ ਹੈ, ਕਿਉਂਕਿ ਮੈਂ ਅਗਰ ਇੱਥੇ ਹਾਂ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਕੰਮ ਕਰ ਸਕਦੀ ਹਾਂ, ਪਰ ਸਾਨੂੰ ਗੁਰੂ ਪਾਤਸ਼ਾਹ ਦਾ ਇਹ ਜਿਹੜਾ ਫਲਸਫਾ ਹੈ ਇਹਨੂੰ ਜੀਂਦੇ ਰੱਖਣ ਦੇ ਲਈ ਸਾਨੂੰ ਬਹੁਤ ਜ਼ਰੂਰੀ ਆ ਕਿ ਅਸੀਂ ਸਿੱਖੀ ਦੇ ਮਹਿਲ ਉਸਾਰੀਏ। ਹੁਣ ਸਿੱਖੀ ਦੇ ਮਹਿਲ ਜਿਹੜੇ ਉਸਾਰੇ ਜਾਣੇ ਨੇ ਨਾ, ਉਹ ਇੱਕ ਪਿੰਡ ਦੇ ਵਿੱਚ 5 ਗੁਰਦੁਆਰਿਆਂ ਦੇ ਨਾਲ ਨਹੀਂ ਉਸਾਰੇ ਜਾਣੇ, ਇੱਕ ਮੁਹੱਲੇ ਦੇ ਵਿੱਚ 2 ਗੁਰਦੁਆਰਿਆਂ ਦੇ ਨਾਲ ਨਹੀਂ ਉਸਾਰੇ ਜਾਣੇ। ਸਿੱਖੀ ਦੇ ਮਹਿਲ ਉਸਾਰੇ ਜਾਣੇ ਨੇ ਉਹ ਛੋਟੇ ਬੱਚੇ ਜੋ ਸਾਡੇ ਆਉਣ ਵਾਲਾ ਭਵਿੱਖ ਨੇ, ਅਸੀਂ ਉਹਨਾਂ ਨੂੰ ਸਾਂਭ ਲਈਏ। ਉਹਨਾਂ ਨੂੰ ਸਾਂਭਿਆ ਕਿੱਦਾਂ ਜਾ ਸਕਦਾ? ਗੁਰੂ ਪਾਤਸ਼ਾਹ ਦੀ ਦਿੱਤੀ ਹੋਈ ਪਾਠਸ਼ਾਲਾ ਦਾ ਫਲਸਫਾ ਨਾਲ ਲੈ ਕੇ ਉਹ ਕਿੱਦਾਂ ਕਰ ਸਕਦੇ ਹਾਂ? ਆਪਾਂ ਸਾਰੇ ਇਸ ਨੂੰ ਅਗਰ ਧਿਆਨ ਨਾਲ ਦੇਖੀਏ ਔਰ ਕੋਸ਼ਿਸ਼ ਕਰੀਏ ਤਾਂ ਸ਼ਾਇਦ ਆਪਾਂ ਕਰ ਲਵਾਂਗੇ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਹਰ ਇੱਕ ਬੰਦਾ ਆਪਣੇ ਆਪਣੇ ਪਿੰਡ ਤੋਂ ਜਿੱਥੋਂ ਵੀ ਤੁਸੀਂ ਆਉਂਦੇ ਹੋ ਉਸ ਦੇ ਵਿੱਚ ਸਿਰਫ 2 ਬੱਚੇ ਗੋਦ ਲੈ ਲਏ। ਗੋਦ ਦਾ ਮਤਲਬ ਇਹ ਕਿ ਉਹਨਾਂ ਨੂੰ ਅਡੋਪਟ ਕਰ ਲਿਆ। ਜ਼ਰੂਰੀ ਨਹੀਂ ਕਿ ਮੈਂ ਇਹ ਨਹੀਂ ਕਹਿ ਰਹੀ ਕਿ ਤੁਸੀਂ ਆਪਣੀ ਜਾਇਦਾਦ 'ਚੋਂ ਹਿੱਸਾ ਦਿਓ ਉਹਨਾਂ ਨੂੰ, ਬਿਲਕੁਲ ਨਹੀਂ। 2 ਬੱਚੇ ਆਪਣੇ ਆਪਣੇ ਪਿੰਡ 'ਚੋਂ ਲੈ ਲਈਏ ਆਪਾਂ
ਔਰ ਇਹ ਸੋਚ ਲਈਏ ਕਿ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਪਾਠਸ਼ਾਲਾ ਦੇ ਬੱਚੇ ਨੇ ਔਰ ਗੁਰੂ ਅੰਗਦ ਦੇਵ ਮਹਾਰਾਜ ਦਾ ਹੁਕਮ ਹੋਇਆ ਹੈ ਸਾਨੂੰ ਕਿ ਇਸ ਪਾਠਸ਼ਾਲਾ ਦੇ 2 ਬੱਚਿਆਂ ਨੂੰ ਅਸੀਂ ਪੜ੍ਹਾਉਣਾ। ਯਕੀਨ ਮੰਨਿਆ ਜੇ ਕਿ ਅਸੀਂ ਅਗਰ ਅਸੀਂ ਡੋਮੀਨੋਜ਼ ਦਾ ਪੀਜ਼ਾ ਲੈ ਕੇ ਆਉਂਦੇ ਹਾਂ ਨਾ, ਤਾਂ ਉਸ ਪੀਜ਼ਾ ਦਾ ਸਾਨੂੰ ਮੈਨੂੰ ਲੱਗਦਾ ਕਿ 25 ਪਾਊਂਡ ਤਾਂ ਆਮ ਹੀ ਬਣ ਜਾਂਦਾ ਹੈ। 1 ਮਹੀਨੇ ਦੇ ਵਿੱਚ 2 ਡੋਮੀਨੋਜ਼ ਦੇ ਪੀਜ਼ਾ ਅਗਰ ਆਪਾਂ ਨਾ ਖਾਈਏ ਤਾਂ ਮੈਨੂੰ ਲੱਗਦਾ ਕਿ ਆਪਾਂ ਉੱਥੇ ਜਿਹੜੇ 2 ਬੱਚੇ ਨੇ ਨਾ, ਉਹਨਾਂ ਨੂੰ ਬੜੇ ਆਰਾਮ ਦੇ ਨਾਲ ਉਹਨਾਂ ਦਾ ਮਹੀਨੇ ਦਾ ਖਰਚਾ ਬਣ ਸਕਦੇ ਹਾਂ। ਅਸੀਂ ਸਿਰਫ 2 ਬੱਚੇ ਆਪਾਂ ਆਪਣੇ, ਔਰ ਕਿਸੇ ਕੋਲ ਅਗਰ 2 ਬੱਚਿਆਂ ਦੀ ਨਹੀਂ ਤਾਂ 1 ਬੱਚਾ, ਪਰ ਅਸੀਂ ਉਹ ਪਾਠਸ਼ਾਲਾ ਦਾ ਜਿਹੜਾ ਇੱਕ ਪਰੰਪਰਾ ਹੈ ਜੋ ਗੁਰੂ ਅੰਗਦ ਦੇਵ ਮਹਾਰਾਜ ਨੇ ਸਾਨੂੰ ਦਿੱਤੀ ਹੈ, ਅਸੀਂ ਉਹਨੂੰ ਆਪਣੇ ਨਾਲ ਰੱਖੀਏ, ਅਸੀਂ ਉਹਨੂੰ ਜਿੰਦਾ ਰੱਖੀਏ। ਔਰ ਅਸੀਂ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਜਦੋਂ ਨਾਮ ਲੈਂਦੇ ਹਾਂ ਅਰਦਾਸ ਦੇ ਵਿੱਚ, ਤਾਂ ਮੇਰੇ ਦਿਮਾਗ ਦੇ ਵਿੱਚ, ਮੇਰੇ ਜ਼ਿਹਨ ਦੇ ਵਿੱਚ ਇਹ ਗੱਲ ਜ਼ਰੂਰ ਆਵੇ ਕਿ ਕਿਆ ਮੈਂ ਪਾਤਸ਼ਾਹ ਦੀ ਦਿੱਤੀ ਹੋਈ ਪਾਠਸ਼ਾਲਾ ਜਿਹੜੀ ਆ ਉਹ ਨਿਭਾ ਰਹੀ ਹਾਂ। ਔਰ ਸਿਰਫ 2 ਬੱਚੇ ਅਗਰ ਅਸੀਂ ਆਪਣੇ ਪਿੰਡਾਂ ਦੇ ਵਿੱਚੋਂ ਐਸੇ ਕੱਢ ਲਈਏ ਜਿਹੜੇ ਬ੍ਰਿਲੀਅੰਟ ਹੋਣ, ਇਹ ਨਹੀਂ ਰੈਂਡਮਲੀ ਨਹੀਂ, ਇਹ ਨਹੀਂ ਕਿ ਤੁਸੀਂ ਆਪਣੇ ਸਰਪੰਚ ਸਾਹਿਬ ਨੂੰ ਫੋਨ ਕਰੋਗੇ ਸਰਪੰਚ ਸਾਹਿਬ ਅਸੀਂ 2 ਬੱਚੇ ਸਪੋਂਸਰ ਕਰਨੇ, ਫਿਰ ਜਿਹੜੇ ਸਰਪੰਚ ਸਾਹਿਬ ਨੂੰ ਵੋਟਾਂ ਪਾਉਂਦੇ ਆ ਉਹ ਉਹਨਾਂ ਨੂੰ ਦੱਸ ਦੇਣਗੇ, ਨਾ ਇੱਦਾਂ ਨਹੀਂ। 2 ਬੱਚੇ ਜੋ ਬ੍ਰਿਲੀਅੰਟ ਨੇ, ਅਗਰ ਤੁਸੀਂ ਉਹਨਾਂ ਨੂੰ ਖੇਡਾਂ ਵਾਲੇ ਬੱਚੇ, ਤੁਸੀਂ ਖੁਦ ਖਿਡਾਰੀ ਹੋ ਜਾਂ ਤੁਹਾਡਾ ਝੁਕਾਵ ਖੇਡਾਂ ਵਾਲੇ ਪਾਸੇ ਹੈ, 2 ਬੱਚੇ ਜੋ ਵਧੀਆ ਖੇਡ ਸਕਦੇ ਨੇ ਉਹ ਕੱਢ ਲਓ, ਤੁਸੀਂ ਉਹਨਾਂ ਦੀ ਖੁਰਾਕ ਲਗਾ ਦਿਓ ਕਿ ਉਹਨਾਂ ਨੂੰ ਅਸੀਂ ਖੇਡਾਂ ਦੇ ਵਿੱਚ ਅੱਗੇ ਲੈ ਕੇ ਜਾਣਾ, ਔਰ ਉਹਨਾਂ ਦੀ ਉਂਗਲ ਫੜ ਕੇ ਉਹਨਾਂ ਬੱਚਿਆਂ ਨੂੰ ਬਕਾਇਦਾ ਓਲੰਪਿਕਸ ਤੱਕ ਲੈ ਕੇ ਜਾਓ। ਫਿਰ ਜੇ ਤੁਹਾਡਾ ਰੁਝਾਨ ਜਿਹੜਾ ਉਹ ਪੜ੍ਹਾਈ ਵੱਲ ਹੈ, ਤੁਸੀਂ 2 ਬੱਚੇ ਅਡੋਪਟ ਕਰ ਲਿਓ ਆਪਣੇ ਪਿੰਡ ਦੇ ਵਿੱਚ, ਔਰ ਨਾਮ ਹੀ ਰੱਖੋ ਗੁਰੂ ਅੰਗਦ ਦੇਵ ਪਾਠਸ਼ਾਲਾ। ਇਸ ਪੂਰੀ ਮੁਹਿੰਮ, ਇਹਨੂੰ ਇੱਕ ਮੁਹਿੰਮ ਖੜੀ ਕਰੀਏ ਔਰ ਮੁਹਿੰਮ ਦਾ ਨਾਮ ਹੀ ਗੁਰੂ ਅੰਗਦ ਦੇਵ ਪਾਠਸ਼ਾਲਾ ਰੱਖ ਲਈਏ। 2 ਬੱਚੇ ਅਗਰ ਮੇਰਾ, ਜਿੱਦਾਂ ਹੁਣ ਮੇਰਾ ਰੁਝਾਨ ਪੜ੍ਹਾਈ 'ਚ ਆ, ਤਾਂ 2 ਬੱਚੇ ਆਪਾਂ ਮੈਂ ਅਡੋਪਟ ਕਰ ਲਾਂ ਆਪਣੇ ਪਿੰਡ ਦੇ ਵਿੱਚ, ਜਿਹੜੇ ਕਿ ਮੈਂ ਉਹਨਾਂ ਦੀ ਉਂਗਲ ਫੜ ਕੇ ਉਹਨਾਂ ਨੂੰ ਪਹਿਲੇ ਟਾਈਮ ਤੋਂ ਲੈ ਕੇ ਉਹਨਾਂ ਨੂੰ ਮੈਂ ਬਕਾਇਦਾ IAS PCS ਉਹ ਜੋ ਵੀ ਕਰਨਾ ਚਾਹੁੰਦੇ ਨੇ, ਬਕਾਇਦਾ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ ਤੱਕ ਦੀਆਂ ਜਿਹੜੀਆਂ ਕੁਰਸੀਆਂ ਆ ਉਹ ਅਸੀਂ ਆਪਣੇ ਬੱਚੇ ਉੱਥੋਂ ਤੱਕ ਲੈ ਕੇ ਜਾਈਏ। ਜਦੋਂ ਅਸੀਂ ਇਹ ਕਰਨਾ ਸ਼ੁਰੂ ਕਰ ਦੇਵਾਂਗੇ, ਫਿਰ ਅਸੀਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਘਰ ਦੇ ਜਿਹੜੇ ਚਾਕਰ ਆ ਨਾ, ਉਹ ਅਸੀਂ ਪੂਰਨ ਹੋਵਾਂਗੇ। ਉਸ ਤੋਂ ਬਿਨਾਂ ਅਸੀਂ ਜਿੱਦਾਂ ਮਰਜ਼ੀ ਢੋਲ ਵਜਾਈ ਜਾਈਏ ਉਹਦਾ ਕੋਈ ਮਤਲਬ ਨਹੀਂ ਬਣਦਾ, ਕਿਉਂਕਿ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਪਾਠਸ਼ਾਲਾ ਖੜੀ ਕੀਤੀ ਸੀ ਕਿਸੇ ਆਧਾਰ ਦੇ ਉੱਤੇ, ਕਿਸੇ ਵਿਜ਼ਨ ਦੇ ਨਾਲ। ਸੋ ਅਗਰ ਤਾਂ ਆਪਾਂ ਇਹ ਕੰਮ ਕਰ ਸਕਦੇ ਹਾਂ, ਜ਼ਰੂਰੀ ਨਹੀਂ ਅਗਰ 2 ਬੱਚੇ ਨਹੀਂ ਕਰ ਸਕਦੇ, 1 ਬੱਚਾ, ਪਰ 1 ਬੱਚਾ ਤਾਂ ਸਾਨੂੰ ਜ਼ਰੂਰੀ ਹੈ, ਲਾਜ਼ਮੀ ਹੈ, ਕਿਉਂਕਿ ਅਸੀਂ ਇੱਥੇ ਬੈਠੇ ਹਾਂ ਪਾਠਸ਼ਾਲਾ, ਸਾਡੇ ਬੱਚੇ ਫ੍ਰੀ ਪੜ੍ਹਦੇ ਆ ਇੱਥੇ, ਅਤੇ ਜਿਹੜੇ ਉੱਥੇ ਬੈਠੇ ਨੇ, ਪੰਜਾਬ ਬੈਠੇ ਨੇ, ਕਿਉਂਕਿ ਸਾਡਾ ਧੁਰਾ ਪੰਜਾਬ ਹੈ, ਉੱਥੇ ਸਿਰਫ 1 ਬੱਚਾ ਅਸੀਂ ਅਡੋਪਟ ਕਰ ਲਈਏ ਆਪਣੇ ਪਿੰਡ ਦੇ ਵਿੱਚੋਂ, ਬ੍ਰਿਲੀਅੰਟ ਬੱਚਾ ਜਿਹੜਾ ਸਭ ਤੋਂ ਬ੍ਰਿਲੀਅੰਟ ਹੋਵੇ। ਅਤੇ ਜੇਕਰ ਆਪਾਂ 4-5 NRIs ਹਾਂ ਇੱਕੋ ਪਿੰਡ ਦੇ ਵਿੱਚੋਂ, ਤਾਂ ਉਹ ਫਿਰ ਉਸੇ ਪਿੰਡ ਦੇ 5 ਬੱਚੇ ਹੋ ਗਏ। ਜ਼ਰਾ ਸੋਚ ਕੇ ਦੇਖਿਓ ਜੇ 5 ਗੁਰਸਿੱਖ ਬੱਚੇ ਅਗਰ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਆ ਗਏ, ਜਾਂ ਉਹ ਚੀਫ ਜਸਟਿਸ ਦੀ ਪੋਸਟ ਤੱਕ ਪਹੁੰਚ ਗਿਆ 1 ਬੱਚਾ ਵੀ, ਔਰ ਜਾਂ ਉਹਨਾਂ ਦੇ ਕਿਸੇ ਵੱਡੇ ਜਿਸ ਤਰ੍ਹਾਂ ਦੀ ਵੀ ਉਹ ਆਪਣੇ ਡਾਕਟਰ ਬਣ ਗਏ, ਅਗਰ ਅਸੀਂ ਇਸ ਤਰੀਕੇ ਦੇ 5 ਬੱਚੇ ਆਪਾਂ ਸਾਰੇ ਮਿਲ ਕੇ ਕਰ ਲਈਏ ਨਾ, ਤਾਂ ਆਪਾਂ ਇਹ ਦੇਖੀਏ ਕਿ ਸਾਡੀ ਜਿਹੜੀ ਕੌਮ ਹੈ ਉਹ ਉਸਦਾ ਇੱਕ ਨਾਮ ਕਿੱਥੇ ਹੋ ਜਾਊਗਾ। ਇਹ ਜ਼ਰੂਰੀ ਸੀ। ਅਗਲੀ ਗੱਲ ਜਿਹੜੀ ਹੈ ਇਹ ਤਾਂ ਹੋ ਗਈ ਮਨ ਦੀ ਟ੍ਰੇਨਿੰਗ, ਕਿਉਂਕਿ ਇਹ ਮਨ ਦੀ ਟ੍ਰੇਨਿੰਗ ਜ਼ਰੂਰੀ ਸੀਗੀ। ਹੁਣ ਜਿਹੜੇ ਬੱਚਿਆਂ ਦੀ ਗੱਲ ਮੈਂ ਕਰ ਰਹੀ ਹਾਂ, ਮੇਰਾ ਥੋੜ੍ਹਾ ਜਿਹਾ ਝੁਕਾਅ ਇੱਧਰ ਹੁੰਦਾ ਕਿ ਜਿਹੜੇ ਗੁਰਸਿੱਖ ਪਰਿਵਾਰਾਂ ਦੇ ਬੱਚੇ ਨੇ, ਮੈਂ ਉਹਨਾਂ ਦੀ ਗੱਲ ਕਰਦੀ ਹੁੰਦੀ ਹਾਂ। ਗੁਰਸਿੱਖ ਪਰਿਵਾਰਾਂ ਦਾ ਬੱਚਿਆਂ ਦਾ ਮਤਲਬ ਇਹ ਕਿ ਜਾਂ ਤਾਂ ਮਾਂ ਬਾਪ ਨੇ ਅੰਮ੍ਰਿਤ ਛਕਿਆ ਹੋਵੇ ਜਾਂ ਬੱਚਿਆਂ ਨੇ ਅੰਮ੍ਰਿਤ ਛਕਿਆ ਹੋਵੇ। ਆਪਾਂ ਉਹਨਾਂ ਬੱਚਿਆਂ ਦੀ ਗੱਲ ਕਰ ਰਹੇ ਹਾਂ, ਕਿਉਂਕਿ ਆਪਾਂ ਸਿੱਖੀ ਦੇ ਮਹਿਲ ਉਸਾਰਨੇ ਨੇ। ਹਾਂ, ਸਾਡੇ ਘਰ ਦਾ ਪੂਰਾ ਪੈ ਗਿਆ, ਉਸ ਤੋਂ ਬਾਅਦ ਆਪਾਂ ਜਿਹਨੂੰ ਮਰਜ਼ੀ ਜੋ ਮਰਜ਼ੀ ਕਰੀਏ, ਕੋਈ ਪ੍ਰੋਬਲਮ ਨਹੀਂ। ਔਰ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸਿੱਖੀ ਦੇ ਵਿੱਚ ਕੋਈ ਵੀ ਮੇਰ ਤੇਰ ਨਹੀਂ ਆ, ਪਰ ਜਦੋਂ ਸਿੱਖੀ ਦੇ ਮਹਿਲ ਉਸਾਰਨ ਦੀ ਗੱਲ ਆਉਂਦੀ ਹੈ ਤਾਂ ਫਿਰ ਗੁਰੂ ਪਾਤਸ਼ਾਹ ਸਿੱਖੀ ਦੇ ਮਹਿਲ ਉਸਾਰਨ ਨੂੰ ਕਹਿੰਦੇ ਨੇ, ਫਿਰ ਹਰ ਕਿਸੇ ਦੇ ਮਹਿਲ ਉਸਾਰਨ ਨੂੰ ਉਹ ਨਹੀਂ ਕਹਿੰਦੇ। ਅਗਲੀ ਗੱਲ ਜਿਹੜੀ ਹੈ ਉਹ ਆ ਮਨ ਟ੍ਰੇਨਿੰਗ ਹੋ ਗਈ। ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਅਗਲੀ ਇੱਕ ਹੋਰ ਇੰਪੋਰਟੈਂਟ ਚੀਜ਼ ਦਿੰਦੇ ਨੇ, ਉਹ ਨੇ ਤਨ ਦੀ ਟ੍ਰੇਨਿੰਗ। ਤਨ ਦੀ ਟ੍ਰੇਨਿੰਗ ਵਾਸਤੇ ਉਹ ਬਕਾਇਦਾ ਗੁਰੂ ਘਰਾਂ ਦੇ ਨਾਲ ਮੱਲ ਅਖਾੜੇ ਵੀ ਸ਼ੁਰੂ ਕਰਦੇ ਨੇ। ਮੱਲ ਅਖਾੜਿਆਂ ਦਾ ਮਤਲਬ ਕੀ, ਹੁਣ ਇਹਨੂੰ ਆਪਾਂ ਧਿਆਨ ਨਾਲ ਸਮਝੀਏ ਤਾਂ ਜਿਹੜੀ ਸਪੋਰਟਸਮੈਨ ਸਪਿਰਿਟ ਹੈ, ਜਿੰਨੀਆਂ ਵੀ ਆਪਾਂ ਗੱਲਾਂ ਕਰਕੇ ਆਏ ਹਾਂ, ਹੁਕਮ ਜੋ ਸਾਨੂੰ ਪ੍ਰੋਵਾਈਡ ਕਰਦਾ, ਜਦੋਂ ਆਪਾਂ ਹੁਕਮ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਹਾਂ ਕਿ ਮੈਨੂੰ ਮੇਰੀ ਕਾਬਲੀਅਤ ਦੇ ਉੱਤੇ ਵੀ ਭਰੋਸਾ, ਮੈਨੂੰ ਸਾਹਮਣੇ ਵਾਲੇ ਦੀ ਕਾਬਲੀਅਤ ਦੇ ਉੱਤੇ ਵੀ ਭਰੋਸਾ, ਜਿੱਤਾਂ ਹਾਰਾਂ ਮੈਂ ਤਦ ਵੀ ਅਗਲੇ ਰਨ ਦੇ ਲਈ ਤਿਆਰ ਹਾਂ। ਇਹ ਸਾਰਾ ਕੁਛ ਹੀ ਸਪੋਰਟਸਮੈਨ ਸਪਿਰਿਟ ਜਿਹੜੀ ਹੈ ਉਹ ਤੁਹਾਨੂੰ ਦਿੰਦੀ ਹੈ। ਸੋ
ਇਸ ਦੇ ਲਈ ਤਨ ਦੀ ਟ੍ਰੇਨਿੰਗ ਬੜੀ ਜ਼ਰੂਰੀ ਹੈ, ਕਿਉਂਕਿ ਜਦੋਂ ਮੈਂ ਆਪਣੇ ਆਪ ਨੂੰ ਜਦੋਂ ਅਖਾੜਿਆਂ ਦੇ ਵਿੱਚ ਇੱਕ ਦੂਜੇ ਨਾਲ, ਇਹ ਉਹਨਾਂ ਲੋਕਾਂ ਦੀ ਗੱਲ ਸੀ ਜਿਨ੍ਹਾਂ ਨੂੰ ਹਜੇ ਤੱਕ ਇਹ ਪਤਾ ਨਹੀਂ ਸੀਗਾ ਕਿ ਉਹ ਕੌਣ ਨੇ, ਉਹਨਾਂ ਦੇ ਅੰਦਰ ਕਿੰਨੀ ਸ਼ਮਤਾ ਹੈ, ਉਹਨਾਂ ਦੇ ਅੰਦਰ ਕਿੰਨੀ ਪਾਵਰ ਹੈ। ਜਦੋਂ ਆਪਣੀ ਪਾਵਰ ਨੂੰ ਦੇਖਣ ਦੇ ਲਈ, ਜਦੋਂ ਇੱਕ ਦੂਸਰੇ ਦੇ ਨਾਲ ਸਪੋਰਟਸਮੈਨਸ਼ਿਪ ਦੇ ਵਿੱਚ ਜਦੋਂ ਇੱਕ ਦੂਜੇ ਨਾਲ ਅਖਾੜਿਆਂ ਦੇ ਵਿੱਚ ਉਤਰਦੇ ਨੇ, ਤਾਂ ਬਕਾਇਦਾ ਆਪਣੇ ਆਪ ਨੂੰ ਉਹ ਸਮਝਦੇ ਨੇ, ਆਪਣੀ ਬਾਡੀ ਦੀ ਸ਼ਮਤਾ ਨੂੰ ਉਹ ਸਮਝਦੇ ਨੇ। ਉਹਨਾਂ ਦੀ ਬਾਡੀ ਟ੍ਰੇਨ ਹੁੰਦੀ ਆ, ਸਿਰਫ ਇਸ ਲਈ ਨਹੀਂ ਕਿ ਮੈਂ ਆਪਣੀ ਸ਼ਮਤਾ ਦਿਖਾਉਣੀ ਹੈ, ਇਸ ਲਈ ਵੀ ਕਿ ਅਗਰ ਅਗਲੇ ਦੀ ਸ਼ਮਤਾ ਮੇਰੇ ਤੋਂ ਜ਼ਿਆਦਾ ਹੈ ਤਾਂ ਉਸ ਤੋਂ ਬਾਅਦ ਮੈਂ ਉਹਦੇ ਨਾਲ ਹੱਥ ਵੀ ਮਿਲਾ ਕੇ ਜਾਵਾਂ, ਕਿਉਂਕਿ ਇਹੀ ਸਪੋਰਟਸਮੈਨ ਸਪਿਰਿਟ ਹੈ। ਔਰ ਸਪੋਰਟਸਮੈਨਸ਼ਿਪ ਨੂੰ ਹੀ ਇੰਪੋਰਟੈਂਸ ਦੇਣ ਲਈ ਗੁਰੂ ਪਾਤਸ਼ਾਹ ਮੱਲ ਅਖਾੜੇ ਸ਼ੁਰੂ ਕਰਦੇ ਨੇ। ਸੋ ਇਹ ਵੀ ਅਗਰ ਆਪਾਂ ਦੇਖੀਏ ਤਾਂ ਸਾਡੇ ਗੁਰੂ ਘਰਾਂ ਦੇ ਵਿੱਚੋਂ ਇਹ ਵੀ ਖਤਮ ਹੋ ਗਿਆ। ਸਾਨੂੰ ਇਹਨਾਂ ਚੀਜ਼ਾਂ ਨੂੰ ਵੀ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈ, ਕਿਸੇ ਵੀ ਤਰੀਕੇ ਨਾਲ ਆਪਾਂ ਕਰ ਲਈਏ। ਬੇਸ਼ੱਕ ਜਿੱਦਾਂ ਮੈਂ ਹੁਣੇ ਆਪਾਂ ਗੱਲ ਕੀਤੀ ਕਿ ਪਾਠਸ਼ਾਲਾ ਦੇ ਵਿੱਚ 2 ਬੱਚੇ ਲੈ ਲਈਏ, ਚਾਹੇ ਇੱਕ, ਅਗਰ ਤੁਹਾਨੂੰ ਖੇਡਾਂ ਦੇ ਵਿੱਚ ਰੁਚੀ ਹੈ ਤਾਂ ਤੁਸੀਂ ਖੇਡਾਂ ਵਾਲੇ 2 ਬੱਚੇ ਲੈ ਲਓ, ਜਿਨ੍ਹਾਂ ਨੂੰ ਪੜ੍ਹਨ ਦੇ ਵਿੱਚ ਰੁਚੀ ਉਹ ਪੜ੍ਹਨ ਵਾਲੇ 2 ਬੱਚੇ ਲੈ ਲਓ। ਪਰ ਇਹ ਗੱਲਾਂ ਸਾਨੂੰ ਕੰਮ ਕਰਨੇ ਪੈਣਗੇ, ਕਿਉਂਕਿ ਇਹਨਾਂ ਤੋਂ ਬਿਨਾਂ ਅਸੀਂ ਜੋ ਵੀ ਕਰ ਰਹੇ ਹਾਂ ਉਹ ਸਿਰਫ ਅਸੀਂ ਸਿਰਫ ਆਪਣੇ ਆਪ ਦਾ ਇੱਕ ਦਿਖਾਵਾ, ਇੱਕ ਢੋਂਗ ਰਚ ਰਹੇ ਹਾਂ ਕਿ ਅਸੀਂ ਸਿੱਖ ਹੁੰਦੇ ਹਾਂ, ਕਿਉਂਕਿ ਅਸੀਂ ਆਪਣੇ ਗੁਰੂ ਘਰਾਂ ਦੀਆਂ ਜੋ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਪੁਆਇੰਟਰਸ ਦਿੱਤੇ ਸੀਗੇ ਕਿ ਆਹ ਕੰਮ ਤੁਸੀਂ ਕਰਨੇ ਆ, ਉਹ ਅਸੀਂ ਨਹੀਂ ਕਰ ਰਹੇ। ਸੋ ਜਿਹੜੀ ਸਪੋਰਟਸਮੈਨ ਸਪਿਰਿਟ ਹੈ, ਉਹਦੇ ਨਾਲ ਜਦੋਂ ਸਪੋਰਟਸਮੈਨ ਸਪਿਰਿਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਸੈਲਫ ਕੌਨਫੀਡੈਂਸ ਵੀ ਆਉਂਦਾ ਆ, ਕਿਉਂਕਿ ਇਹ ਉਹ ਲੋਕ ਸੀ ਜਿਨ੍ਹਾਂ ਦਾ ਬੜਾ ਲੋ ਐਸਟੀਮ, ਲੋ ਕੌਨਫੀਡੈਂਸ ਸੀਗਾ, ਕਿਉਂਕਿ ਜਦੋਂ ਉਹ ਬਾਹਰੋਂ ਕੋਈ ਆਉਂਦਾ ਸੀ ਉਹਨਾਂ ਨੂੰ ਕੁੱਟ ਪਿੱਟ ਕੇ ਚੱਲ ਜਾਂਦਾ ਸੀਗਾ। ਪਰ ਉਹਨਾਂ ਨੂੰ ਖੜਾ ਕਰਕੇ ਉਹਨਾਂ ਨੂੰ ਪਹਿਲਾਂ ਇਹ ਯਕੀਨ ਦਿਵਾਇਆ ਕਿ ਤੁਹਾਡੀ ਅਵਸਥਾ ਕੀ ਆ, ਔਰ ਉਸ ਤੋਂ ਬਾਅਦ ਉਹਨਾਂ ਨੂੰ ਟ੍ਰੇਨ ਕੀਤਾ, ਉਹਨਾਂ ਦੀ ਆਪਣੀ ਸ਼ਮਤਾ ਨੂੰ ਜਾਣਨ ਦੇ ਲਈ ਉਹ ਅਖਾੜਿਆਂ ਨੇ ਕੀਤਾ। ਜਿਹੜੀ ਸਪੋਰਟਸਮੈਨ ਸਪਿਰਿਟ ਹੁੰਦੀ ਹੈ ਨਾ, ਇਹ ਇੱਕ ਗੱਲ ਆਪਾਂ ਦੇਖ ਲਈਏ ਕਿ ਜਿਹੜੇ ਸਪੋਰਟਸਮੈਨ ਹੁੰਦੇ ਆ ਜਾਂ ਜਿਹੜੇ ਸਪੋਰਟਸ ਦੇ ਵਿੱਚ ਹੁੰਦੇ ਆ ਲੋਕ, ਉਹਨਾਂ ਨੂੰ ਅਕਸਰ ਕੌਨਫੀਡੈਂਸ ਜ਼ਿਆਦਾ ਹੁੰਦਾ, ਸੈਲਫ ਕੌਨਫੀਡੈਂਸ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ। ਇਹੀ ਕਾਰਨ ਹੈ ਬੇਸਿਕਲੀ। ਅਗਰ ਆਪਾਂ ਇਹਨੂੰ ਹੋਰ ਲੇਅਰ ਦੇ ਵਿੱਚ ਜਾ ਕੇ ਦੇਖਾਂਗੇ ਨਾ, ਜ਼ਰਾ ਧਿਆਨ ਨਾਲ ਸੋਚ ਕੇ ਦੇਖਿਓ ਕਿ ਜਿਨ੍ਹਾਂ ਨੂੰ ਵੀ ਅੱਜ ਅਸੀਂ ਗੈਂਗਸਟਰ ਕਹਿੰਦੇ ਹਾਂ ਪੰਜਾਬ ਦੇ ਵਿੱਚ, ਉਹ ਸਾਰੇ ਹੀ ਗੈਂਗਸਟਰ, ਸੋ ਕਾਲਡ ਗੈਂਗਸਟਰ, ਕਿਉਂਕਿ ਮੈਂ ਉਹਨਾਂ ਨੂੰ ਗੈਂਗਸਟਰ ਨਹੀਂ, ਕਿਉਂਕਿ ਉਹ ਕਿਸੇ ਦੇ ਬੱਚੇ ਨੇ, ਹਾਂ ਉਹਨਾਂ ਨੂੰ ਸਿਸਟਮ ਨੇ ਗੈਂਗਸਟਰ ਜ਼ਰੂਰ ਬਣਾ ਦਿੱਤਾ। ਜਿਹੜੇ ਉਸ ਸਿਸਟਮ ਦੇ ਘੜੇ ਹੋਏ ਗੈਂਗਸਟਰ ਨੇ, ਜਰਾ ਸਾਰਿਆਂ ਦੇ ਉੱਤੇ ਧਿਆਨ ਦੇਖਿਓ, ਮਾਰ ਕੇ ਦੇਖਿਓ, ਸਾਰੇ ਆਪਣੇ ਆਪਣੇ ਖੇਤਰ ਦੇ ਵਿੱਚ ਚੋਟੀ ਦੇ ਖਿਡਾਰੀ ਸੀ। ਉਹੀ ਗੈਂਗਸਟਰ ਕਿਉਂ ਬਣੇ, ਹੁਣ ਉਹ ਇੱਕ ਅਲੱਗ ਮੁੱਦਾ ਆ। ਪਰ ਮੈਂ ਜੋ ਇਹ ਕਹਿਣਾ ਚਾਹ ਰਹੀ ਹਾਂ ਉਹ ਇਹ ਹੈ ਕਿ ਉਹ ਇੱਕ ਸੈਲਫ ਕੌਨਫੀਡੈਂਸ ਜਿਹੜਾ ਹੈ ਨਾ, ਸਪੋਰਟਸਮੈਨ ਸਪਿਰਿਟ ਜਿਹੜੀ ਆ ਉਹਨਾਂ ਦੇ ਵਿੱਚ ਭਰਦੀ ਆ। ਹੁਣ ਜਿਹੜੇ ਲੋਕ, ਕਿਉਂਕਿ 2 ਤਰ੍ਹਾਂ ਦੇ ਨਾਲ ਪੰਜਾਬ ਨੂੰ ਖ਼ਤਮ ਕੀਤਾ ਗਿਆ, ਇੱਕ ਨਸ਼ੇ ਦੇ ਨਾਲ, ਦੂਜਾ ਆਹ ਗੈਂਗਸਟਰਸ਼ਿਪ ਦੇ ਨਾਲ। ਜਿਹੜੇ ਲੋਕ ਨਸ਼ੇ ਦੇ ਵਿੱਚ ਜਾ ਸਕਦੇ ਆ ਉਹ ਅਕਸਰ ਡਿਪਰੈਸ਼ਨ ਦੇ ਮਰੀਜ਼ ਲੋਕ ਹੁੰਦੇ ਆ, ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਇੱਕ ਡਿਪਰੈਸ਼ਨ ਹੁੰਦਾ ਆ। ਜਿਹੜੇ ਡਿਪਰੈਸ਼ਨ ਵੱਲ ਨਹੀਂ ਜਾ ਸਕੇ, ਜਾਂ ਜਿਹੜੇ ਸਪੋਰਟਸ ਦੇ ਵਿੱਚ ਆਪਣੇ ਆਪ ਦੇ ਵਿੱਚ ਉਹ ਬਹੁਤ ਵਧੀਆ ਹੰਡੇ ਹੋਏ ਸੀ, ਉਹਨਾਂ ਦੇ ਵਿੱਚ ਸੈਲਫ ਕੌਨਫੀਡੈਂਸ ਇੰਨਾ ਸੀਗਾ ਕਿ ਉਹਨਾਂ ਨੂੰ ਨਸ਼ੇ ਵਿੱਚ ਨਹੀਂ ਸੀ ਪਾਇਆ ਜਾ ਸਕਦਾ। ਫਿਰ ਉਹਨਾਂ ਨੂੰ ਕਿੱਦਾਂ ਖ਼ਤਮ ਕੀਤਾ ਗਿਆ? ਉਹਨਾਂ ਦੇ ਸੈਲਫ ਕੌਨਫੀਡੈਂਸ ਨੂੰ ਵਰਤ ਕੇ, ਉਹਨਾਂ ਨੂੰ ਇਸ ਤਰੀਕੇ ਨਾਲ ਦਿਖਾ ਕੇ ਕਿ ਦੇਖੋ ਤੁਸੀਂ ਤਾਂ ਬੜੇ ਯੋਧੇ ਆ, ਅਤੇ ਉਹਨਾਂ ਦਾ ਜਿਹੜਾ ਸੈਲਫ ਕੌਨਫੀਡੈਂਸ ਆ, ਜੋ ਉਹ ਬੱਚੇ ਜਿਹੜੇ ਸਪੋਰਟਸ ਦੇ ਵਿੱਚ ਇੰਨੇ ਵਧੀਆ ਸੀਗੇ, ਅਗਰ ਉਹ ਕਿਸੇ ਅੱਛੀ ਪੋਸਟ 'ਤੇ ਪਹੁੰਚਦੇ ਤਾਂ ਸ਼ਾਇਦ ਉਹ ਕੁਝ ਕਰ ਸਕਦੇ ਸੀ। ਉਹਨਾਂ ਨੂੰ ਗੈਂਗਸਟਰ ਵਾਦ ਵੱਲ ਜਿਹੜਾ ਉਹਨਾਂ ਨੂੰ ਧੱਕ ਦਿੱਤਾ ਗਿਆ, ਔਰ ਉਹਦੇ ਵਿੱਚ ਬੜੀਆਂ ਅਲੱਗ-ਅਲੱਗ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਉਹ ਵਿੱਚ ਸਾਹਮਣੇ ਆਈਆਂ। ਖੈਰ ਉਹ ਇੱਕ ਡਿਫਰੈਂਟ ਮੁੱਦਾ ਹੈ। ਮੇਰਾ ਅੱਜ ਦਾ ਜੋ ਆਪਣਾ ਵਿਸ਼ਾ ਉਹ ਇੰਨਾ ਕਿ ਆਪਾਂ ਉੱਥੇ ਜੇ ਰਹੀਏ ਕਿ ਜਿਹੜਾ ਕੌਨਫੀਡੈਂਸ ਹੈ ਉਹ ਸਪੋਰਟਸਮੈਨ ਸਪਿਰਿਟ ਦੇ ਨਾਲ ਹੀ ਆ ਸਕਦਾ ਹੈ, ਔਰ ਸਪੋਰਟਸਮੈਨ ਸਪਿਰਿਟ ਆ ਸਕਦੀ ਹੈ ਹੁਕਮ ਮੰਨਣ ਦੇ ਨਾਲ। ਔਰ ਇਹ ਆਉਂਦੀ ਹੈ ਕਿਉਂਕਿ ਤੁਹਾਡੀ ਮਨ ਔਰ ਤਨ ਦੋਨੋਂ ਟ੍ਰੇਨ ਹੋ ਜਾਂਦੇ ਆ। ਸੋ ਗੁਰੂ ਪਾਤਸ਼ਾਹ ਦੇ ਜਿਹੜੇ ਮੱਲ ਅਖਾੜੇ ਸ਼ੁਰੂ ਕਰਨਾ ਸੀ, ਉਹ ਕੋਈ ਰੈਂਡਮ ਡਿਸੀਜਨ ਨਹੀਂ ਸੀਗਾ, ਕਿ ਇਹ ਨਹੀਂ ਸੀਗਾ ਕਿ ਉਹਨਾਂ ਦਾ ਦਿਲ ਕੀਤਾ ਕਿ ਚਲੋ ਅੱਜ ਕੁਸ਼ਤੀ ਵੇਖੀਏ ਤਾਂ ਉਹਨਾਂ ਨੇ ਅਖਾੜੇ ਸ਼ੁਰੂ ਕਰ ਦਿੱਤੇ। ਨਹੀਂ, ਬਕਾਇਦਾ ਇਹ ਯੁੱਧ ਨੀਤੀ ਦਾ ਇੱਕ ਪਲਾਨ ਸੀ। ਗੁਰੂ ਪਾਤਸ਼ਾਹ ਨੇ ਇੱਕ ਯੁੱਧ ਨੀਤੀ ਦੇ ਤਹਿਤ ਜਿਹੜਾ ਹੈ ਪਾਠਸ਼ਾਲਾਵਾਂ ਔਰ ਮੱਲ ਅਖਾੜੇ ਖੜੇ ਕੀਤੇ, ਔਰ ਆਪਾਂ ਇਹਨਾਂ ਦੋਨਾਂ ਨੂੰ ਹੀ ਵਿਸਾਰ ਦਿੱਤਾ। ਔਰ ਫਿਰ ਅਸੀਂ ਗੱਲ ਕਰਦੇ ਹਾਂ ਆਪਣੇ ਰਾਜ ਦੀ। ਰਾਜ ਆਪਣਾ ਤਦ ਤੱਕ ਨਹੀਂ ਹੋ ਸਕਦਾ ਜਦ ਤੱਕ ਅਸੀਂ ਉਸਦੇ ਪਾਤਰ ਨਹੀਂ ਬਣਦੇ, ਜਦ ਤੱਕ ਅਸੀਂ ਆਪਣੀ ਕੈਪੇਬਿਲਿਟੀ, ਆਪਣੀ ਐਬਿਲਿਟੀ ਸ਼ੋਅ ਨਹੀਂ ਕਰਦੇ ਉਸ ਪਰਮ ਪਿਤਾ ਪਰਮਾਤਮਾ ਨੂੰ
ਕਿ ਅਸੀਂ ਏਬਲ ਹੈਗੇ ਹਾਂ, ਤਦ ਤੱਕ ਕੁਛ ਨਹੀਂ ਹੋ ਸਕਦਾ। ਸੋ ਅੱਜ ਦੀਆਂ ਜਿਹੜੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਅਗਲਾ ਜਿਹੜਾ ਐਪੀਸੋਡ ਹੈ ਉਸ ਦੇ ਵਿੱਚ ਆਪਾਂ ਗੁਰਮੁਖੀ ਲਿਪੀ ਬਾਰੇ ਗੱਲ ਕਰਾਂਗੇ ਕਿ ਗੁਰਮੁਖੀ ਲਿਪੀ ਦਾ ਕੀ ਮਹੱਤਵ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਸਾਨੂੰ ਜਦੋਂ ਗੁਰਮੁਖੀ ਲਿਪੀ ਨੂੰ ਇੱਕ ਤਰਤੀਬ ਦਿੰਦੇ ਨੇ ਤਾਂ ਉਸਦਾ ਕੀ ਮਹੱਤਵ ਹੈ, ਆਪਾਂ ਇਸ ਬਾਰੇ ਗੱਲ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ। ਮੇਰੇ ਕੋਲੇ ਕੋਈ ਵੀ ਗਲਤੀ ਹੋ ਗਈ ਹੋਵੇ, ਕੋਈ ਵੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਖਿਮਾ ਦੀ ਜਾਚਕ ਹਾਂ ਜੀ। ਬਹੁਤ ਵਾਰੀ ਮੈਂ ਕੁਛ ਐਸਾ ਕਈ ਵਾਰੀ ਕਹਿ ਵੀ ਜਾਂਦੀ ਹਾਂ ਜੋ ਸ਼ਾਇਦ ਮੈਨੂੰ ਲੱਗਦਾ ਉਸ ਤੋਂ ਬਾਅਦ ਸੋਚਣ ਤੋਂ ਲੱਗਦਾ ਕਿ ਨਹੀਂ ਬੋਲਣਾ ਚਾਹੀਦਾ ਸੀ, ਪਰ ਉਸ ਸਮੇਂ ਬੋਲਿਆ ਜਾਂਦਾ। ਸੋ ਅਗਰ ਮੇਰੇ ਕੋਲ ਕੋਈ ਗਲਤੀ ਹੋ ਜਾਏ ਜਾਂ ਤੁਹਾਡੇ ਮਨ ਨੂੰ ਕਿਤੇ ਕੋਈ ਠੇਸ ਪਹੁੰਚੇ ਤਾਂ ਮੈਨੂੰ ਮਾਫ਼ ਕਰਨਾ। ਅੱਜ ਦੀਆਂ ਮੇਰੀਆਂ ਇੰਨੀਆਂ ਕਿ ਬੇਨਤੀਆਂ ਕਬੂਲ ਕਰੋ। ਅਗਲੇ ਐਪੀਸੋਡ ਦੇ ਵਿੱਚ ਆਪਾਂ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।